वाहिगुरु जी का खालसा वाहिगुरु जी की फतेह। लोक प्रलोक के रक्षक दसा पातशाहियां दी आत्मक जोत श्री गुरु ग्रंथ साहिब सच्चे पातशाह जी दी पावन गोद विच बड़े ही सत्कार सहित शाम दे दीवाना विच आप जी जुड़ बैठे हो। आओ जीवन दियां इन्हां घड़ियां नूं सफलियां बनाइए। सतगुरां दी पावन महिमा दे विचों आप जी ने सरवण कीता सी। सुल्तानपुर लोधी दी धरती नूं छड्ड के गुरु नानक साहब सच्चे पातशाह जी भाई मरदाना जी के समेत चलते चलते 17 दिनों का सफर पैदल तय करते हुए एमनाबाद पहुंचे। तरखान सिख भाई लालो दे घर जा करके सतगुरां ने गुहार लगाई। भाई लालो जी चल के दहलीज विच आए ने, वेखिया साईं दे फकीर खड़े। दर्शन करके नजरों नजर निहाल होए, पर ये नहीं पता कि है कौन ने। पुछिया तुसी कौन हो, कितों आए हो? गुरु नानक साहब महाराज कहंदे असीं दरवेश हां, देशां विदेशां दे रटण ते हां, भ्रमण ते हां। अज रात कटण तेरे घर आए हां। सुन भाई लालो बड़े खुश होए, लोग ते मैनूं शूदर कहंदे आ। धन भाग मेरे कोई इस गरीब की कुली विच भी आया। इन्ना प्यार अंदर है, आखन लगे मैनू नहीं पता, मैं तुहानू नहीं जानता, तुसी कौन हो, पर लगदा है तुसी मेरे अपने हो। संत रूप लगदे हो, तुहानू वेख वेख मैनू सकून मिलदा है, मैं बेचैन हो रहा। जानदा भी नहीं आ ते लगदा है तुसी जान पछाणदे हो। गुरु नानक साहब महाराज कहते भाई तू अपनी किरत कर, तेन रब चेते आवे, तेन वाहिगुरू भुले ना कदे। अपनी किरत भी शुरू की है, फिर मन विच ख्याल आउंदे आ ये कोई आम नहीं है, जिहदा चेहरा वेखिया तो मैनू अपने आप की होश नहीं रहिंदी। जो सहज सुभाव चल के मेरे गरीब के घर आए ने, कोई ते जन्मां जन्मां दा संबंध है। भाई लालो जी गुरु नानक साहब जी के बारे बिल्कुल नहीं जानते। पहली मुलाकात इत्थों तक आप जियां ने पवित्र पावन प्रसंगां नूं सरवण कीता। आओ जी सुरत करके ध्यान करके उस रब दे प्यारे भाई लालो दे घर चलीए, जिथे रब जी आप आन बैठे आ। पाओ प्रेम दी सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। लोया छंद
ਪ੍ਰਗਟਿਓ ਤਪਾਇਕ ਸ਼੍ਰੀ ਨਾਨਕ, ਭਾਸਤ ਹੋ ਤੁਮ ਸੋ, ਨਹਿ ਸਮਾਨ ਰਾਵਰ ਕੋ ਦੀਸਹਿ, ਖੋਜੋ ਦਸ ਦਿਸ ਸੋ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਈ ਭਾਈ ਲਾਲੋ ਜੀ ਵਾਰ-ਵਾਰ ਬੇਨਤੀਆਂ ਕਰਦੇ ਆ, ਕਹਿੰਦੇ ਸਜਣਾ ਮੈਂ ਤੈਨੂੰ ਜਾਤੀ ਤੌਰ ਤੇ ਜਾਣਦਾ ਨਹੀਂ ਆ, ਪਰ ਮੈਨੂੰ ਕਿਉਂ ਲੱਗਦਾ ਹੈ ਤੁਸੀਂ ਮੇਰੇ ਹੋ, ਮੇਰੇ ਆਪਣੇ ਹੋ, ਆਪਾਂ ਕਦੇ ਕਿਤੇ ਮਿਲੇ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰ-ਬਾਰ ਭਾਈ ਲਾਲੋ ਜੀ ਵੱਲ ਤੱਕ ਰਹੇ ਨੇ, ਵੇਖ ਰਹੇ ਨੇ। ਉਹ ਬੈਠੇ ਆਪਣੇ ਮੰਜੇ ਦੀ ਬਾਹੀ ਨੂੰ ਫੂਕ ਰਹੇ ਭਾਈ ਲਾਲੋ ਜੀ ਵਿਹੜੇ ਵਿੱਚ। ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਨੇ, ਮੈਂ ਕਦੇ ਮਿਲਿਆ ਵੀ ਨਹੀਂ ਇਹਨਾਂ ਨੂੰ, ਕਿਤੇ ਇਹਨਾਂ ਫਕੀਰਾਂ ਨੂੰ ਵੇਖਿਆ ਵੀ ਨਹੀਂ, ਇਹ ਆਪਣੇ ਆਪ ਚੱਲ ਕੇ ਮੇਰੇ ਘਰ ਆਏ ਨੇ, ਪਰ ਏਦਾਂ ਲੱਗਦਾ ਵੀ ਇਹਨਾਂ ਬਿਨਾਂ ਹੁਣ ਮੇਰਾ ਗੁਜ਼ਾਰਾ ਵੀ ਕੋਈ ਨਹੀਂ। ਏਦਾਂ ਦੇ ਖਿਆਲ ਅੰਦਰੋਂ ਆਉਂਦੇ ਆ, ਕਿਉਂਕਿ ਇਹ ਪ੍ਰੇਮ ਦੀ ਦਸ਼ਾ ਹੈ। ਬੇਚੈਨ ਹਨ ਭਾਈ ਲਾਲੋ ਜੀ ਆਪਣੇ ਸੱਜਣ ਦੇ ਸਾਹਮਣੇ, ਪਰ ਅਜੇ ਸੱਜਣ ਦੀ ਪਹਿਚਾਣ ਨਹੀਂ ਹੈ। ਥੋੜੀ ਦੇਰ ਰੁਕ ਕੇ ਜਦੋਂ ਕਈ ਸਵਾਲ ਕਰ ਲੈਣਾ, ਕਿਸੇ ਸਵਾਲ ਦਾ ਤਸੱਲੀ ਬਖਸ਼ ਜਵਾਬ ਹੀ ਨਾ ਮਿਲਿਆ, ਕਹਿੰਦੇ ਕਿਤੇ ਤੁਸੀਂ ਤਪਾ ਜੀ ਤੇ ਨਹੀਂ, ਮੈਨੂੰ ਲੱਗਦਾ ਤੁਸੀਂ ਨਾਨਕ ਤਪਾ ਤੇ ਨਹੀਂ ਹੋ। ਗੁਰੂ ਸਾਹਿਬ ਨੂੰ ਭਾਈ ਲਾਲੋ ਸੰਬੋਧਨ ਕਰਦੇ ਨੇ, ਇਹ ਇੱਕ ਤਕਾਜ਼ਾ ਹੈ, ਗੈਸ ਅੰਦਾਜ਼ਾ ਆਪਣੇ ਮਨ ਕਰਕੇ ਲਾਇਆ ਵੀ ਕਿਤੇ ਉਹੀ ਨਾ ਹੋ, ਕਿਉਂਕਿ ਭਾਈ ਲਾਲੋ ਜੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਜਾਣਦੇ ਨੇ, ਪਰ ਗੁਰੂ ਸਾਹਿਬ ਨੂੰ ਨਹੀਂ ਜਾਣਦੇ। ਦੋਨਾਂ ਗੱਲਾਂ ਦੀ ਫਰਕ। ਤੁਸੀਂ ਕਹੋਗੇ ਭਾਈ ਲਾਲੋ ਜਦੋਂ ਸਤਿਗੁਰਾਂ ਨੂੰ ਮਿਲੇ ਹੀ ਨਹੀਂ, ਜਾਣਦੇ ਕਿਵੇਂ? ਇਹ ਬੜਾ ਵੱਡਾ ਸਵਾਲ ਹੈ, ਇਹਦਾ ਜਵਾਬ ਹੋਣਾ ਚਾਹੀਦਾ। ਭਵਿੱਖਤ ਪੁਰਾਣ ਨੇ ਜ਼ਿਕਰ ਕੀਤਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਕਲਯੁਗ ਦੇ ਸਮੇਂ ਵਿੱਚ ਇਸ ਧਰਤੀ ਤੇ ਆਉਣਗੇ ਆਪ ਹਰੀ ਪਰਮੇਸ਼ਵਰ, ਤੇ ਜਿਹੜੇ ਪੰਡਤਾਂ ਨੂੰ ਵੇਦ ਗ੍ਰੰਥ ਪੜ੍ਹਨੇ ਆਉਂਦੇ ਸੀ, ਉਹ ਸਾਰੇ ਦੋ ਸਾਥੀ ਆਪਣੇ ਨਾਲ ਲੈ ਕੇ ਤੁਰੇ ਹੋਏ ਸੀ, ਗਲੀ ਗਲੀ, ਪਿੰਡ ਪਿੰਡ, ਸ਼ਹਿਰ ਸ਼ਹਿਰ, ਵੀ ਮੈਂ ਨਾਨਕ ਹਾਂ। ਤੇ ਲੋਕ ਉਹਨਾਂ ਨੂੰ ਰੱਬ ਮੰਨਦੇ ਸੀ। ਇੱਕ ਤੇ ਇਹ ਪਖੰਡ ਉਦੋਂ ਬੜੇ ਜੋਬਨ ਤੇ ਸੀ, ਉਦੋਂ ਹਜ਼ਾਰਾਂ ਹੀ ਨਾਨਕ ਬਣੇ ਫਿਰਦੇ ਸੀ, ਪਰ ਅਸਲ ਗੁਰੂ ਨਾਨਕ ਹੀ ਕੋਈ ਸੀ, ਰੱਬ ਹੀ ਕੋਈ ਸੀ। ਪਰ ਚਿਹਰਾ ਬਾਰ-ਬਾਰ ਵੇਖ, ਐਸਾ ਸ਼ਾਂਤ ਜਿਹਾ ਚਿਹਰਾ, ਗੁਲਾਬੀ ਸੁਰਖ ਜਿਹਾ ਰੰਗ, ਸ਼ਰਮੀਲੇ ਜੇ ਨੈਣ, ਮੁਖ ਤੇ ਕਾਲੀ ਜੀ ਦਾੜੀ, ਸਾਦਗੀ ਦੇ ਕੱਪੜੇ, ਪਰ ਜਵਾਨੀ ਵਿੱਚ ਆਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ। 35-36 ਸਾਲ ਦੀ ਉਮਰ ਆਈ ਜਦੋਂ ਭਾਈ ਲਾਲੋ ਨਾਲ ਮੁਲਾਕਾਤ ਹੋਈ। ਭਾਈ ਲਾਲੋ ਜੀ ਜਵਾਨੀ ਦੀ ਉਮਰ ਟੱਪ ਕੇ 50-60 ਸਾਲਾਂ ਦੀ ਉਮਰ ਵਿੱਚ ਨੇ, ਇਸ ਉਮਰ ਚ ਵੱਡੇ ਆ ਗੁਰੂ ਸਾਹਿਬ, ਪਰ ਇਹ ਚਿਹਰਾ ਬਾਰ-ਬਾਰ ਵਿਸਰਦਾ ਨਹੀਂ, ਭੁੱਲਦਾ ਨਹੀਂ। ਅੰਦਾਜ਼ੇ ਆ ਜੀ, ਕੋਈ ਆਪਾਂ ਨੂੰ ਮਿਲੇ ਤੇ ਸਾਹਮਣੇ ਵਾਲਾ ਆਖੇ ਆਪਾਂ ਕੀ ਯਾਰ ਮੈਂ ਤੈਨੂੰ ਵੇਖਿਆ, ਉਹ ਕਹਿੰਦਾ ਪਛਾਣ ਲਾ, ਫਿਰ ਸਾਡਾ ਦਿਮਾਗ ਕਿੰਨੀ ਮੈਮਰੀ ਨੂੰ ਸਰਚ ਕਰਦਾ ਹੈ, ਮੈਮਰੀ ਨੂੰ ਖੋਲ ਖੋਲ ਵੇਖਦਾ ਹੈ ਵੀ ਉੱਥੇ ਤਾਂ ਨਹੀਂ ਮਿਲਿਆ, ਇਹ ਉਹ ਤਾਂ ਨਹੀਂ ਫਲਾਣੇ ਦੇ ਵਿਆਹ ਚ ਆਇਆ, ਨਹੀਂ ਇਹ ਫਲਾਣੀ ਕੰਟਰੀ ਚ ਤਾਂ ਨਹੀਂ ਮਿਲਿਆ, ਇਹ ਬੰਦਾ ਕਿਤੇ ਸਾਡੀ ਰਿਸ਼ਤੇਦਾਰੀ ਦੇ ਨੇੜੇ ਤੇੜੇ ਤੇ ਨਹੀਂ। ਅੰਦਾਜ਼ੇ ਹੁੰਦੇ ਆ ਨਾ ਮਨ ਦੇ। ਹੁਣ ਭਾਈ ਲਾਲੋ ਉਹ ਅੰਦਾਜ਼ੇ ਲਾਉਣ ਲੱਗੇ ਹੋਏ ਆ, ਕਹਿੰਦੇ ਤੁਸੀਂ ਕਿਤੇ ਤਪਾ ਜੀ ਤੇ ਨਹੀਂ ਹੋ ਨਾ, ਤਪਾ ਤਪੱਸਿਆ ਕਰਨ ਵਾਲੇ ਤਪਸਵੀ। ਮੈਨੂੰ ਲੱਗਦਾ ਕਿਉਂ ਮੇਰਾ ਮਨ ਕਹੀ ਜਾਂਦਾ ਵੀ ਤੁਸੀਂ ਗੁਰੂ ਨਾਨਕ ਹੋ, ਤੁਸੀਂ ਨਾਨਕ ਜੀ ਤਪਾ ਹੋ, ਪਰ ਮਰਦ ਨੇ ਨਹੀਂ ਕਿਹਾ ਵੀ ਹਾਂ ਹਾਂ ਮੈਂ ਉਹੀ ਨਾਨਕ। ਇੱਥੇ ਤੇ ਕੋਈ ਆਖੇ ਭਾਈ ਸਾਹਿਬ ਤੁਹਾਡਾ ਬੜਾ ਨਾਂ ਸੁਣਿਆ ਹੈ, ਉਹ ਫਲਾਣਾ ਬੰਦਾ ਹੈ, ਤੁਸੀਂ ਉਹੀ ਤਾਂ ਨਹੀਂ ਕਿਤੇ? ਬੰਦਾ ਹੁੱਬ ਕੇ ਕਹਿੰਦਾ ਹਾਂ ਬਾਈ ਮੈਂ ਉਹੀ ਆ, ਮੇਰੇ ਸਾਹਮਣੇ ਤੂੰ ਖੜਿਆ ਤੇ ਤੇਰੇ ਸਾਹਮਣੇ ਮੈਂ ਖੜਾ। ਤੇ ਰੱਬ ਦੀ ਨਿਸ਼ਾਨੀ ਵੇਖੋ, ਗੁਰੂ ਸਾਹਿਬ ਚੁੱਪ ਨੇ, ਜਾਣਦੇ ਸਭ ਕੁਝ ਨੇ, ਵੇਖਦੇ ਨੇ ਪਿਆਰ ਕਿੱਦਾਂ ਉਛਲਦਾ। ਪਰ ਭਾਈ ਲਾਲੋ ਕਹਿੰਦੇ ਮੇਰਾ ਹਿਰਦਾ ਕਹਿੰਦਾ ਵੀ ਤੁਸੀਂ ਨਾਨਕ ਹੋ, ਪਰ ਮੇਰਾ ਦਿਮਾਗ ਕਹਿੰਦਾ ਨਹੀਂ ਤੁਸੀਂ ਕੋਈ ਫਕੀਰ ਹੋ। ਦੁਬਦਾ ਨਾ, ਦੁਬਦਾ ਕਦੋਂ ਪੈਂਦੀ ਹੈ? ਜਦੋਂ ਦਿਲ ਕਹਿੰਦਾ ਮੇਰੀ ਮਨ, ਦਿਮਾਗ ਕਹਿੰਦਾ ਮੇਰੀ ਮਨ। ਹੁਣ ਦੋਨਾਂ ਚੋਂ ਫੈਸਲਾ ਲੈਣਾ ਔਖਾ। ਜੇ ਦਿਲ ਦੀ ਮੰਨੀਏ ਰੋਣਾ ਪੈ ਸਕਦਾ, ਦਿਮਾਗ ਦੀ ਮੰਨੀਏ ਕੁਝ ਹੋਣਾ ਪੈ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 2 ਕਦਮ ਪਿੱਛੇ ਹਟੇ ਨੇ, ਭਾਈ ਮਰਦਾਨਾ ਸਤਿਗੁਰਾਂ ਦੇ ਪਿਛਲੇ ਪਾਸੇ ਖੜੇ ਆ, ਰਵਾਬ ਰੱਖੀ ਮੋਢੇ ਤੇ, ਵੇਖ ਰਹੇ ਨੇ ਭਾਈ ਲਾਲੋ। ਭਾਈ ਲਾਲੋ ਆਪਣੇ ਅੰਦਾਜ਼ੇ ਲਾਉਂਦਾ ਲਾਉਂਦਾ ਕਹਿੰਦਾ ਮੇਰਾ ਮਨ ਕਹਿੰਦਾ ਤੁਸੀਂ ਨਾਨਕ ਤਪਾ ਜੀ ਹੋ,
ਪਰ ਇਹ ਮੈਂ ਕਿਵੇਂ ਕਹਿਦਾ ਵੀ ਤੁਸੀਂ ਨਾਨਕ ਹੋ? ਕੁਛ ਵੀ ਵੈਰੀਫਿਕੇਸ਼ਨ ਨਹੀਂ ਨਾ, ਵੈਰੀਫਾਈਡ ਨਹੀਂ ਹੈ। ਮੈਂ ਮੰਨਾਂ ਵੀ ਤੁਸੀਂ ਰੱਬ ਹੋ, ਤੇ ਹੋ ਸਕਦਾ ਕੋਈ ਸਾਹਮਣੇ ਪਖੰਡ ਕਰਨ ਵਾਲਾ ਖੜਾ ਹੋਵੇ, ਭੇਖ ਧਾਰ ਕੇ ਆਵੇ, ਆ ਕੇ ਮੈਂ ਹੀ ਨਾਨਕਾਂ ਦੀ ਕੱਢ ਮਾਇਆ ਦਾ ਸੰਬੰਧ ਦੇ ਸੇਵਾ ਵਿੱਚ ਚੱਲੇ। ਬੜੇ ਫਿਰਦੇ ਸੀ। ਆਪ ਜੀ ਨੇ ਕੱਲ ਵੀ ਸੁਣਿਆ, ਰਾਜੇ ਸ਼ਿਵਨਾਭ ਕੋਲ ਕਿੰਨੇ ਨਾਨਕ ਬਣ ਕੇ ਗਏ। ਗੁਰੂ ਨਾਨਕ ਤੇ ਇੱਕੋ ਹੀ ਸੀ, ਨਾਨਕ ਤੇ ਹਜ਼ਾਰਾਂ ਹੋਏ ਆ। ਅੱਜ ਵੀ ਬੜਿਆਂ ਦੇ ਨਾਂ ਰੱਖੇ ਆ, ਕਿਸੇ ਨੇ ਕਿਸੇ ਦਾ ਨਾਮ ਨਾਨਕ ਰੱਖਿਆ, ਕਿਸੇ ਨੇ ਕਿਸੇ ਦਾ ਰੱਖਿਆ, ਕੋਈ ਚਿੱਤਰਕਾਰ ਵੀ ਹੋਇਆ ਨਾਨਕ, ਪਰ ਗੁਰੂ ਨਾਨਕ ਸਾਹਿਬ ਇੱਕੋ ਹੀ ਨੇ। ਇਸੇ ਕਰਕੇ ਦੁਬਿਧਾ ਵਿੱਚ ਪਏ ਹੋਏ ਭਾਈ ਲਾਲੋ ਬਾਰ-ਬਾਰ ਪੁੱਛਦੇ ਆ, ਕਿਤੇ ਤੁਸੀਂ ਤਪਾ ਦੀ ਤੇ ਨਹੀਂ ਨਾ? ਮੈਨੂੰ ਇਹੋ ਲੱਗਦਾ ਏ ਤਦਪ ਪੀ ਤੁਮਰੇ ਬਿਨ ਪਾਖੇ ਨਹਿ ਆਵਤ ਪਰਤੀਤੋ। ਪਰ ਜਦੋਂ ਤੱਕ ਤੁਸੀਂ ਆਪਣੀ ਰਸਨਾ ਤੋਂ ਇਹ ਨਹੀਂ ਮੰਨਦੇ, ਮੈਨੂੰ ਕਿੱਦਾਂ ਭਰੋਸਾ ਆਊਗਾ ਵੀ ਤੁਸੀਂ ਤਪਾ ਨਾਨਕ ਜੀ ਹੋ? ਤੁਸੀਂ ਜਦੋਂ ਤੱਕ ਕਹਿੰਦੇ ਨਹੀਂ, ਆਪਾਂ ਕਿਸੇ ਨੂੰ ਮੰਨ ਲਈਏ ਫਲਾਣੇ ਵਰਗਾ ਸ਼ਾਇਦ ਉਹੀ ਹੈ। ਬੜੀ ਵਾਰ ਭੁਲੇਖਾ ਪੈਂਦਾ, ਜਦੋਂ ਆਪਾਂ ਸਾਹਮਣੇ ਜਾਂਦੇ ਆ ਉਹ ਵਿਅਕਤੀ ਕਈ ਵਾਰ ਹੋਰ ਹੁੰਦਾ। ਚਾਲ ਢਾਲ ਤੋਰ ਵੇਖਣੀ ਤੱਕਣੀ ਉੱਠਣੀ ਬੈਠਣੀ ਕਿਸੇ ਦੀ ਕਿਸੇ ਵਰਗੀ ਹੋ ਸਕਦੀ ਹੈ, ਪਰ ਜਿਹਦੇ ਵਰਗੀ ਹੈ ਉਹ ਤੇ ਨਹੀਂ ਨਾ। ਜਦੋਂ ਭਾਈ ਲਾਲੋ ਨੇ ਆਖਿਆ ਵੀ ਜਦੋਂ ਤੱਕ ਤੁਸੀਂ ਆਪਣੀ ਰਸਨਾ ਤੋਂ ਨਹੀਂ ਦੱਸਦੇ, ਮੈਂ ਕਿਵੇਂ ਮੰਨ ਲਾਂ ਵੀ ਤੁਸੀਂ ਹੀ ਗੁਰੂ ਨਾਨਕ ਹੋ? ਤੇ ਗੁਰੂ ਸਾਹਿਬ ਨੇ ਉਦੋਂ ਵੀ ਕੋਈ ਜਵਾਬ ਨਹੀਂ ਦਿੱਤਾ। ਕਿੱਡੀ ਸ਼ਾਂਤੀ। ਪਰ ਇਹ ਮੰਨ ਗਿਆ ਭਾਈ ਲਾਲੋ ਵੀ ਤੁਹਾਨੂੰ ਵੇਖ ਵੇਖ ਮਨ ਰੱਜਦਾ ਨਹੀਂ, ਚਿੱਤ ਕਰਦਾ ਹੈ ਵਾਰ-ਵਾਰ ਤੱਕੀ ਜਾਵਾਂ। ਕਹਿ ਮਰਦਾਨਾ ਜਨੋ ਸੋ ਰੱਖੋ ਸ਼ਰਦਾ ਚੀਤੋ। ਫਿਰ ਭਾਈ ਮਰਦਾਨਾ ਜੀ ਨੂੰ ਬੋਲਣਾ ਪਿਆ। ਜਦੋਂ ਗੁਰੂ ਬਾਬਾ ਜੀ ਨਹੀਂ ਬੋਲੇ ਨਾ, ਭਾਈ ਮਰਦਾਨਾ ਜੀ ਕਹਿੰਦੇ ਐ ਲਾਲੋ, ਤੇਰੀ ਸ਼ਰਤਾਂ ਨੇ ਬਿਲਕੁਲ ਦਰੁਸਤ ਫਰਮਾਇਆ। ਇਹੋ ਗੁਰੂ ਨਾਨਕ ਨੇ ਆਖੋ ਸਤਨਾਮ। ਇਹੋ ਹੀ ਜਿਨ੍ਹਾਂ ਨੂੰ ਚੇਤੇ ਕਰਦਾ ਹੈ, ਜਿਨ੍ਹਾਂ ਨੂੰ ਯਾਦ ਕਰਦਾ ਹੈ। ਹੁਣ ਇਹ ਬੜੀ ਵੱਡੀ ਗੱਲ ਹੈ ਜੀ। ਆਪਾਂ ਬੜੀ ਵਾਰ ਭਾਈ ਲਾਲੋ ਜੀ ਦੇ ਪ੍ਰਸੰਗ ਸੁਣੇ ਹੋਣੇ, ਬੜੀ ਵਾਰ ਪੜਿਆ, ਪਰ ਅੱਜ ਜੋ ਸੁਣ ਰਹੇ ਹੋ ਇਹ ਵੱਖਰਾ ਹੋਏ। ਪਹਿਲਾਂ ਤੇ ਸੁਣਿਆ ਵੀ 17 ਦਿਨ ਸਫ਼ਰ ਕੀਤਾ, ਭਾਈ ਲਾਲੋ ਦੇ ਘਰ ਆਏ। ਲਾਲੋ ਗੁਰੂ ਸਾਹਿਬ ਨੂੰ ਪਛਾਣਦਾ ਨਹੀਂ, ਪਰ ਗੁਰੂ ਸਾਹਿਬ ਪਛਾਣਦੇ ਆ। ਇਹ ਪਤਾ ਨਹੀਂ ਸੀ, ਹਮੇਸ਼ਾ ਹੀ ਸੁਣਿਆ ਮਰਦ ਨੇ ਉਹਦੇ ਘਰ ਜਾ ਕੇ ਕੋਧਰੇ ਦੀ ਰੋਟੀ ਖਾਧੀ। ਇੱਦਾਂ ਸੁਣਦੇ ਰਹੇ ਆ ਬਚਪਨ ਤੋਂ ਲੈ ਕੇ ਹੁਣ ਤੱਕ, ਪਰ ਇਤਿਹਾਸ ਕੁਝ ਹੋਰ ਦੱਸਦਾ ਹੈ, ਸਾਖੀਆਂ ਕੁਝ ਹੋਰ ਕਹਿੰਦੀਆਂ ਨੇ। ਭਾਈ ਲਾਲੋ ਨੂੰ ਕਿੰਨਾ ਸਮਾਂ ਹੋ ਗਿਆ, ਉਹ ਬਾਰ-ਬਾਰ ਸਵਾਲ ਤੇ ਸਵਾਲ, ਸਵਾਲ ਤੇ ਸਵਾਲ। ਲੱਗਦੇ ਤੁਸੀਂ ਗੁਰੂ ਨਾਨਕ ਵਰਗੇ ਹੋ, ਪਰ ਮੈਂ ਕਿੱਦਾਂ ਮੰਨਾਂ ਤੁਸੀਂ ਗੁਰੂ ਨਾਨਕ ਹੋ? ਬੜੇ ਆਏ ਪਹਿਲਾਂ ਵੀ ਆਪਣੇ ਆਪ ਨੂੰ ਨਾਨਕ ਜੀ ਕਹਾਉਣ ਵਾਲੇ, ਵਿਸ਼ਵਾਸ ਹੀ ਟੁੱਟ ਜਾਂਦਾ ਲੋਕਾਂ ਦਾ ਜਦੋਂ ਇੱਕ ਵਿਅਕਤੀ ਦਾ ਨਾਮ ਲੈ ਕੇ ਕੋਈ ਬਾਰ-ਬਾਰ ਕਿ ਮੈਂ ਉਹੀ। ਜਦੋਂ ਭਾਈ ਮਰਦਾਨਾ ਬੋਲੇ ਨਾ, ਕਹਿੰਦੇ ਤੇਰੀ ਸ਼ਰਧਾ ਸੱਚੀ ਹੈ, ਤੇਰੀ ਭਾਵਨਾ ਜੇ ਕਹਿੰਦੀ ਆ ਨਾ ਵੀ ਇਹ ਗੁਰੂ ਨਾਨਕ ਨੇ, ਤੇ ਫਿਰ ਇਹ ਉਹੀ ਨੇ। ਆਖੋ ਸਤਨਾਮ। ਦੇਖੋ ਭਾਈ ਮਰਦਾਨੇ ਦਾ ਕਿੱਡਾ ਵੱਡਾ ਰਹੱਸ ਹੈ, ਕਿੱਡੀ ਵੱਡੀ ਗੱਲ ਕਹਿੰਦੀ। ਕਹਿੰਦੇ ਜੇ ਤੇਰੀ ਸ਼ਰਧਾ ਕਹਿੰਦੀ ਨਾ ਵੀ ਇਹ ਗੁਰੂ ਨਾਨਕ ਨੇ, ਫਿਰ ਇਹ ਗੁਰੂ ਨਾਨਕ। ਜੇ ਤੇਰੀ ਸ਼ਰਧਾ ਨਹੀਂ ਮੰਨਦੀ, ਫਿਰ ਇਹ ਕੋਈ ਹੋਰ ਫਕੀਰ। ਕਿੱਡੀ ਵੱਡੀ ਘਟਨਾ ਹੈ, ਕਿੱਡੀ ਵੱਡੀ ਘੜੀ ਹੈ, ਕਿੱਡੀ ਪਰਖ ਲਾ ਦਿੱਤੀ। ਭਾਈ ਲਾਲੋ ਨੇ ਨੇਤਰ ਬੰਦ ਕੀਤੇ, ਨੇਤਰਾਂ 'ਚ ਵੇਖਿਆ ਇਹੀ ਰੂਪ ਦਿਸ ਰਹੇ ਜੋ ਬਾਹਰ ਖੜੇ ਆ ਨਾ ਦਹਲੀਜ਼ ਵਿੱਚ, ਵਿਹੜੇ ਵਿੱਚ, ਉਹੀ ਦਿਸਦੇ ਆ। ਉੱਚਾ ਲੰਬਾ ਸਰੀਰ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਜੇ ਕਿਸੇ ਦੂਰ ਦਰਾਜ ਇਲਾਕੇ ਵਿੱਚ ਗਏ ਆ ਤੇ ਏਮਨਾਬਾਦ ਗਏ ਆ। ਭਾਈ ਲਾਲੋ ਸਤਿਗੁਰਾਂ ਨੂੰ ਵੇਖੇ ਤੇ ਭਾਈ ਮਰਦਾਨੇ ਨੂੰ ਵੇਖੇ, ਉਹਨੂੰ ਲੱਗਦਾ ਹੈ ਕਿ ਇਹ ਜਿਹੜਾ ਨਾਲ ਤੁਰਿਆ ਫਿਰਦਾ ਹੈ, ਇਹਦੇ ਬਾਰੇ ਵੀ ਤੇ ਪਤਾ ਕਰਨ ਕੌਣ ਹੈ। ਕਿਤੇ ਤਾਂ ਨਹੀਂ ਵੀ ਦੋ ਬ੍ਰਾਹਮਣ ਇਕੱਠੇ ਹੋ ਕੇ ਇੱਕ ਨਾਨਕ ਬਣ ਕੇ ਆ ਗਿਆ, ਇੱਕ ਸਾਥੀ ਬਣ ਕੇ ਆ ਗਿਆ ਵੀ ਚਲੋ ਜਿੱਥੋਂ ਜਿੱਥੋਂ ਮਾਇਆ ਮਿਲਦੀ, ਪਦਾਰਥ ਮਿਲਦੇ, ਉਪਜੀਵਕਾ ਮਿਲਦੀ, ਨਾਮ ਕਹਾਓ, ਮੱਥੇ ਟਿਕਾਓ, ਤੁਰੋ ਫਿਰੋ, ਇਹ ਚੱਲਦਾ ਸੀ। ਰਾਜਾ ਸ਼ਿਵਨਾਭ ਇਹਨਾਂ ਚੀਜ਼ਾਂ ਤੋਂ ਦੁਖੀ ਹੋ ਗਿਆ ਸੀ। ਸੰਗਲਾਦੀਪ ਦਾ ਰਾਜਾ ਸ਼੍ਰੀ ਜਿਹੜਾ ਵੇਖਿਆ ਕਰੇ ਹਫ਼ਤੇ ਤੋਂ ਬਾਅਦ ਆ ਜਾ ਕਰੇ, ਕਹਿੰਦਾ ਮੈਂ ਨਾਨਕ, ਕਹਿੰਦਾ ਚੱਲ ਬਾਹਰ। ਉਹਨੇ ਕਿਹਾ ਵੀ ਕਿਤੇ ਐਸਾ ਨਾ ਹੋਵੇ ਵੀ ਅਸਲ ਵਿੱਚ ਸਤਿਗੁਰ ਜਿਹੜੇ ਹੋਣਗੇ ਪਰਖ ਲੈਣਗੇ, ਅੰਤਰਜਾਮੀ ਹੋਣਗੇ, ਮੈਂ ਕਿਹਨੂੰ ਰੱਬ ਮੰਨ ਕੇ ਸਭ ਕੁਝ ਲੁਟਾਈ ਜਾਵਾਂ,
ਉਹਨੇ ਕੁਝ ਬੇਸਵਾਵਾਂ ਬਿਠਾਤੀਆਂ, ਕੁਝ ਔਰਤਾਂ ਬਿਠਾਤੀਆਂ ਛੋਟੀ ਉਮਰ ਦੀਆਂ। ਜਿਹੜਾ ਆਇਆ ਕਰੇ ਨਾਨਕ ਬਣ ਕੇ ਉਹਨਾਂ ਨੂੰ ਵੇਖ ਕੇ ਮੋਹਿਤ ਹੋ ਜਾ ਕਰੇ, ਬਾਹਰੋਂ ਹੀ ਪਦਾਰਥ ਲਏ ਵਿਸ਼ੇ ਹੋ ਕੇ ਚੱਲਦਾ। ਪਰ ਅਜੇ ਤੱਕ ਉੱਥੇ ਸੱਚੇ ਨਾਨਕ ਨਹੀਂ ਸੀ ਪਹੁੰਚੇ। ਜਿਸ ਦਿਨ ਪਹੁੰਚੇ ਸਾਰੇ ਬਾਗ ਹਰੇ ਭਰੇ ਹੋ ਗਏ, ਸੁੱਕੇ ਹੋਏ ਬਾਗ ਹਰੇ ਹੋ ਗਏ ਸੀ। ਤੇ ਫਿਰ ਉਹਨਾਂ ਔਰਤਾਂ ਨੂੰ ਮਰਦ ਨੇ ਬਚਨ ਕਿਹਾ, ਗੱਛ ਪੁੱਤਰੀ ਰਾਜਕੁਮਾਰ ਨਾਮ ਭਣੋ ਸੱਚ ਦੂਤ ਸਵਾਰ। ਮਰਦ ਕਹਿੰਦੇ ਧੀਓ ਕਿਹੜੇ ਵਿਕਾਰਾਂ 'ਚ ਪਏ ਹੋਏ ਹੋ, ਕਿਹੜੇ ਕੰਮਾਂ 'ਚ ਪੈ ਗਏ ਹੋ? ਇਹ ਨਾਮ ਜਪਣ ਦੀ ਉਮਰ ਹੈ, ਜਵਾਨੀ ਗਵਾਓ ਨਾ। ਜਦੋਂ ਫਿਰ ਪਤਾ ਲੱਗਿਆ ਨਾ ਸ਼ਿਵ ਨਾਮ ਨੂੰ ਧਾਹਾਂ ਮਾਰ ਕੇ ਆਇਆ, ਉਹ ਕਹਿੰਦਾ ਰੱਬ ਤੇ ਸੱਚੀ ਆਜਿਆ ਆਖੋ ਸਤਨਾਮ। ਪਹਿਲਾਂ ਠੱਗ ਤੁਰੇ ਫਿਰਦੇ ਸੀ, ਨਾਮ ਰੱਖ ਕੇ। ਭਾਈ ਲਾਲੋ ਕਹਿੰਦੇ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਡਾ ਨਾਮ ਕੀ ਹੈ? ਸ਼ੰਕਰ ਛੰਦ ਸੁਣ ਕਰ ਕਹਿਤ ਭਇਓ ਬਚ ਲਾਲੋ, ਕੌਣ ਵਰਨ ਤਵ ਨਾਮ ਸਰਬ ਬਿਰਤਾਂਤ ਜਨਾਵੋ ਆਪਣਾ, ਇਹ ਅਸਥਾਨ ਧਾਮ। ਭਾਈ ਲਾਲੋ ਵੀ ਕੋਈ ਇਹ ਨਹੀਂ ਸੀ ਵੀ ਸਾਡੇ ਵਾਂਗੂ ਅੰਨੀ ਸ਼ਰਧਾ ਰੱਖੀ ਫਿਰਦਾ। ਸ਼ਰਧਾ ਰੱਖੋ, ਅੰਧ ਭਗਤ ਨਾ ਬਣੋ। ਅੰਧ ਭਗਤ ਬਣਨਾ ਬੜਾ ਔਖਾ। ਜੇ ਹਿੰਦੁਸਤਾਨ ਦਾ ਜੇ ਬੇੜਾ ਡੁੱਬਦਾ ਜਾਂਦਾ ਤੇ ਅੰਧ ਭਗਤੀ ਕਰਕੇ, ਜਿਹੜੇ ਕਹਿੰਦੇ ਸੀ ਨਾ ਮੋਦੀ ਹੈ ਤੋਂ ਨਾਮੁਮਕਿਨ ਹੈ, ਅੱਜ ਜਦੋਂ ਵੇਖਦੇ ਆ ਨਾ ਪੈਟਰੋਲ ਤੋਂ ਮਹਿੰਗਾ ਸਰੋਂ ਦਾ ਤੇਲ, ਹੁਣ ਚੀਕਾਂ ਮਾਰਦੇ ਆ, ਹੁਣ ਕਲਪਦੇ ਫਿਰਦੇ ਆ, ਤੜਫਦੇ ਫਿਰਦੇ ਆ। ਫਿਰ ਡਾਲਰਾਂ ਵਾਲਾ ਕੰਮ ਹੋਇਆ ਪਿਆ ਸਾਡੇ। ਇਹ ਅੰਧ ਭਗਤ ਕਹਿੰਦੇ ਜੇ ਇਹ ਨਾਨਕ ਨੇ, ਇਹਨਾਂ ਦੀ ਵੰਸ਼ ਕਿਹੜੀ ਹੈ, ਜਾਤ ਕਿਹੜੀ ਹੈ? ਭਾਈ ਲਾਲੋ ਨੇ ਪੁੱਛਿਆ ਇਹ ਦੇਸ਼ ਕਿਹੜਾ ਹੈ? ਕਿਉਂਕਿ ਭਾਈ ਲਾਲੋ ਇੰਨਾ ਜਾਣਦਾ ਹੈ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਵੰਸ਼ ਹੈ ਉਹ ਬੇਦੀ ਹੈ। ਬੜੇ ਆਏ ਸੀ ਤੇਰੇ ਮੇਰੇ ਵਰਗੇ ਤੋਂ ਸੁਣਿਆ, ਉਹ ਨਾਨਕ ਜੀ ਆਉਣਗੇ ਧਰਤੀ ਤੇ, ਰੱਬ ਉਹ ਕਹਿੰਦੇ ਮੈਂ ਵੀ ਨਾਨਕ ਅੱਗੇ, ਤੇਰੀ ਜਾਤ ਕੀ ਕਦਮ ਦਿਖਾਣਾ ਹੈ? ਚੱਲ ਬਾਹਰ ਬੜੇ ਆਉਂਦੇ ਸੀ। ਇਸੇ ਕਰਕੇ ਪੁੱਛਦੇ ਆ ਵੀ ਜਾਤ ਕੀ ਹੈ, ਬਰਾਦਰੀ ਵਰਨ ਕਿਹੜਾ ਤੁਹਾਡਾ, ਔਰ ਕਿਹੜੇ ਦੇਸ਼ ਤੋਂ ਆਏ ਹੋ? ਇਸ ਸ਼ਹਿਰ ਦੇ, ਇਸ ਪਿੰਡ ਦੇ, ਇਸ ਗ੍ਰਾਮ ਦੇ ਤੁਸੀਂ ਵਸਿੰਦੇ ਲੱਗਦੇ ਨਹੀਂ। ਮਰਦਾਨਾ ਲਖ ਨਾਮ ਹਮਾਰਾ ਵਿਚਰਤ ਇਨਕੇ ਸਾਥ, ਬੇਦੀ ਕੁਲ ਕੇ ਚੀਨ ਮਰਾਸੇ, ਨਾਨਕ ਜੀ ਮਮਨਾਥ। ਸਤਿਗੁਰਾਂ ਦਾ ਬਾਇਓਡਾਟਾ ਭਾਈ ਮਰਦਾਨਾ ਜੀ ਨੇ ਦੱਸਿਆ। ਕਹਿੰਦੇ ਮੇਰਾ ਨਾਮ ਹੈ ਮਰਦਾਨਾ, ਮੈਂ ਆ ਮਰਾਸੀ ਕੁਲ ਵਿੱਚੋਂ, ਤੇ ਮੈਂ ਦੂਮ ਹਾਂ ਬੇਦੀ ਵੰਸ਼ ਦਾ। ਮੇਰੇ ਮਾਲਕ ਆ ਖੜੇ ਗੁਰੂ ਨਾਨਕ ਸਾਹਿਬ ਆਖੋ ਸਤਨਾਮ। ਬੇਦੀਆਂ ਦੀ ਵੰਸ਼ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ। ਜਦੋਂ ਭਾਈ ਲਾਲੋ ਨੇ ਸੁਣਿਆ ਨਾ, ਅੱਖਾਂ ਚੁੱਤੇ ਪੱਤੇ ਪਹੁੰਚੂ ਦਿਓ। ਬੜੇ ਫਕੀਰ ਆਉਂਦੇ ਸੀ। ਭਾਈ ਲਾਲੋ ਦਾ ਸੁਭਾਅ ਸੀ, ਰਾਹ ਵਿੱਚੋਂ ਕੋਈ ਜਾਂਦਾ ਹੋਵੇ ਰਾਹੀ, ਰੋਟੀ ਖਾਓ, ਭੋਜਨ ਛਕੋ, ਕੋਈ ਵੀ ਆ ਜੇ, ਸੁੱਕੀ ਸੁੱਕੀ ਜਿਹੋ ਜਿਹੀ ਹੁੰਦੀ ਸੀ ਖਵਾ ਦਿੰਦਾ ਸੀ, ਭਾਵੇਂ ਆਪ ਭੁੱਖਾ ਰਹੇ। ਇਸੇ ਕਰਕੇ ਉਹਨੂੰ ਲੱਗਿਆ ਵੀ ਕੋਈ ਦਰਵੇਸ਼ ਆਏ ਨੇ, ਸਾਧੂ ਆਏ, ਮੈਂ ਭੋਜਨ ਛਕਾ ਦਿਆਂ। ਉਹ ਕਹਿੰਦੀ ਮੇਰਾ ਨਾਮ ਮਰਦਾਨਾ ਏ, ਮੈਂ ਮਰਾਸੀ ਹਾਂ ਬੇਦੀਆਂ ਦੀ ਕੁਲ ਦਾ। ਕਿ ਮੇਰੇ ਮਾਲਕ, ਮੇਰੇ ਨਾਥ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਨਿਰੰਕਾਰ ਜੀ ਆਪ ਹਨ। ਦਵਈਆ ਛੰਦ ਬੰਦ ਉਭੈ ਕਰ ਬੰਧਨ ਕੀਨੀ, ਸੁਣ ਕਰ ਲਾਲੋ ਤਬ ਹੀ, ਸੀਸ ਧਰਿਓ ਪਦ ਪੰਕਜ ਉਪਰ, ਪ੍ਰਾਪਤ ਨਿਸ਼ਚੈ ਜਬ ਹੀ। ਜਿਸ ਵੇਲੇ ਭਾਈ ਲਾਲੋ ਦੇ ਮਨ ਵਿੱਚ ਨਿਸ਼ਚਾ ਹੋ ਗਿਆ ਵੀ ਸੱਚਮੁੱਚ ਮੇਰਾ ਸੱਜਣੇ ਹੀ ਹੈ, ਇੱਕਦਮ ਉੱਠਿਆ, ਭੱਜ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਰੱਖ ਕੇ ਸਿਰ ਡੰਡੇ ਵਾਂਗ ਲੰਮਾ ਪੈ ਗਿਆ। ਆਖੋ ਸਤਨਾਮ। ਇੰਨਾ ਰੋਏ ਭਾਈ ਲਾਲੋ ਚਰਨ ਫੜ ਕੇ ਗੁਰੂ ਨਾਨਕ ਸਾਹਿਬ ਦੇ। ਇਹ ਰੋਣਾ ਸੀ ਪ੍ਰੇਮ ਦਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਮਨ ਭਰਿਆ, ਨੇਤਰ ਭਰੇ ਹੋਏ ਆ, ਚਰਨ ਗੁਰੂ ਬਾਬੇ ਦੇ ਨਹੀਂ ਛੱਡੇ। ਇੰਨਾ ਵਿਸ਼ਵਾਸ। ਮਾਫੀਆਂ ਮੰਗਦੇ ਆ, ਰੱਬਾ ਮੇਰੇ ਆ ਤੂੰ ਇਸ ਗਰੀਬ ਦੀ ਕੁੱਲੀ ਵਿੱਚ ਆਇਆ, ਮੈਂ ਤੈਨੂੰ ਇੰਨੇ ਸਵਾਲ ਕਰਦੇ,
ਇਹ ਸੀ ਜਾਗਣ ਦੀ ਨਿਸ਼ਾਨੀ। ਸਿੱਖ ਹੋਣਾ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਪਰ ਸਿੱਖ ਸੁੱਤਾ ਨਾ ਹੋਵੇ, ਜਾਗਦਾ ਹੋਵੇ। ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ 'ਚ ਬੋਰਡ ਲੱਗਿਆ ਕਰਨਗੇ, ਸਾਵਧਾਨ ਹੋ ਕੇ ਚੱਲੋ ਕਿ ਪੰਜਾਬੀ ਤੇ ਸਿੱਖ ਕੌਮ ਸੁੱਤੀ ਪਈ ਹੈ। ਜਿਹੜੀ ਸਾਡੀ ਹਾਲਤ ਆ ਨਾ, ਆਉਣ ਵਾਲੇ 5-4 ਸਾਲਾਂ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਜਾਣੇ ਆ ਵੀ ਇਹ ਕੌਮ ਵੀ ਸੁੱਤੀ ਆ ਤੇ ਪੰਜਾਬੀ ਵੀ ਸੁੱਤੇ ਆ। ਜਿਹੜਾ ਆ ਗਿਆ ਲੁੱਟ ਕੇ ਲੈ ਜਾਂਦਾ 5 ਸਾਲਾਂ ਬਾਅਦ, ਪੁੱਛਦਾ ਕੋਈ ਇੱਥੇ? ਕੋਈ ਨਹੀਂ ਪੁੱਛਦਾ। ਜੰਗਲ ਰਾਜ ਹੈ। ਭਾਈ ਲਾਲੋ ਮਾਫੀਆਂ ਮੰਗਦਾ ਹੈ, ਗੁਸਾਖੀਆਂ ਬਾਰ-ਬਾਰ ਕਹਿੰਦਾ ਰੱਬਾ ਮੇਰਿਆ ਬਖਸ਼ੀ ਮੈਨੂੰ, ਐਡਾ ਗੁਨਾਹ ਹੋਇਆ, ਤੂੰ ਦੁਨੀਆ ਦਾ ਸਾਜਣ ਵਾਲਾ ਅੱਜ ਗਰੀਬ ਦੀ ਕੁੱਲੀ ਵਿੱਚ ਆ ਗਿਆ ਤੇ ਗਰੀਬ ਤੈਨੂੰ ਪਛਾਣ ਹੀ ਨਾ ਸਕੇ। ਉਹ ਵੇਖੋ ਉਹ ਪ੍ਰੇਮ ਕਿੰਨਾ ਹੋਣਾ, ਕਿੰਨਾ ਪਿਆਰ ਹੋਣਾ। ਗੁਰੂ ਨਾਨਕ ਸਾਹਿਬ ਮਹਾਰਾਜ ਝੁਕ ਗਏ, ਖੜੇ ਸੀ ਸਤਿਗੁਰ, ਬੋਲੇ ਨਹੀਂ ਸੀ, ਝੁਕ ਕੇ ਬੈਠੇ ਆ। ਭਾਈ ਲਾਲੋ ਨੂੰ ਮੋਢਿਆਂ ਤੋਂ ਫੜ ਕੇ ਉਠਾਉਂਦੇ, ਉਹ ਉੱਠਦਾ। ਸਤਿਗੁਰਾਂ ਦੇ ਚਰਨ ਨਹੀਂ ਛੱਡਦਾ। ਮਹਾਰਾਜ ਬੜੇ ਪਿਆਰ 'ਚ ਕਹਿੰਦੇ ਪਿਆਰਿਆ ਉੱਠ, ਤੇਰੀ ਥਾਂ ਕਿੱਥੇ ਹੈ? ਘੁੱਟ ਕੇ ਗਲ ਨਾਲ ਲਾ ਕੇ ਕਹਿੰਦੇ ਤੇਰੀ ਜਗ੍ਹਾ ਸੀਨੇ 'ਚ ਆਖੋ ਸਤਿਨਾਮ। ਪ੍ਰੇਮ ਕਰਨ ਵਾਲੇ ਹਮੇਸ਼ਾ ਦਿਲਾਂ ਤੇ ਰਾਜ ਕਰਦੇ ਆ। ਭਾਈ ਮਰਦਾਨਾ ਜਿਸ ਵੇਲੇ ਇਸ ਹਾਲਾਤ ਨੂੰ ਵੇਖਦਾ ਹੈ, ਵੇਖ ਕੇ ਭਾਵੁਕ ਹੋ ਗਿਆ। ਸਾਦਰ ਸੋ ਤਬ ਮਨ ਚੜਸਾਵਾ, ਬੈਸ ਗਏ ਤੇ ਕਾਲਾ, ਸੁਖ ਸਾਗਰ ਪੂਰਨ ਜਗਦੀਸ਼ਾ, ਦਾਸੈ ਕਰਨ ਨਿਹਾਲਾ। ਭਾਈ ਲਾਲੋ ਕਹਿੰਦੇ ਪਾਤਸ਼ਾਹ ਇੱਕ ਮਿੰਟ ਰੁਕੋ, ਖੜੋ ਜਰਾ। ਚਾਅ ਇੰਨਾ ਚੜਿਆ, ਖੁਸ਼ੀ ਇੰਨੀ ਚੜੀ, ਭੱਜ ਕੇ ਅੰਦਰ ਗਿਆ, ਮੰਜੀ ਘੀਸ ਕੇ ਲੈ ਕੇ ਲਿਆ ਕੇ ਮੰਜੀ ਸਤਿਗੁਰਾਂ ਦੇ ਸਾਹਮਣੇ ਰੱਖੀ, ਦਰੀ ਵਿਛਾਤੀ ਉੱਤੇ, ਜਿਵੇਂ ਦੇ ਕੱਪੜੇ ਸੀ ਘਰ 'ਚ। ਕਹਿੰਦਾ ਰੱਬਾ ਮੇਰਿਆ ਬਹਿ ਜਾਵੇ, ਸੱਜ ਜਾ। ਵਿਹੜੇ 'ਚ ਮੰਜੀ ਲਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲਾਲੋ ਤੂੰ ਬੈਠ। ਕਹਿੰਦਾ ਨਹੀਂ ਪਿਆਰਿਆ ਤੂੰ ਬੈਠ। ਸਤਿਗੁਰਾਂ ਨੂੰ ਉਠਾ। ਭਾਈ ਮਰਦਾਨਾ ਦੀ ਪੈਂਦਾ ਵਾਲੇ ਪਾਸੇ ਖੜ ਕੇ ਮਰਦ ਕਹਿੰਦੇ ਮਰਦਾਨਿਆ ਬਹਿ ਜਾ ਭਾਈ। ਸਿੱਖ ਤੇ ਗੁਰੂ 'ਚ ਕੋਈ ਫਰਕ ਨਹੀਂ ਹੈ, ਗੁਰੂ ਦਾ ਰੁਤਬਾ ਏ। ਜਿੱਥੇ ਜਿੱਥੇ ਸਤਿਗੁਰ ਬੈਠੇ ਭਾਈ ਮਰਦਾਨੇ ਨੂੰ ਨਾਲ ਬਿਠਾਇਆ। ਕਦੇ ਨਹੀਂ ਕਿਹਾ ਤੂੰ ਮਰਾਸੀ ਆ, ਤੂੰ ਗੂਬ ਹੈ, ਨੀਵੀਂ ਜਾਤ ਹੈ, ਦੂਰ ਬੈਠ, ਤੂੰ ਮੁਸਲਮਾਨ। ਭਾਈ ਲਾਲੋ ਸਤਿਗੁਰਾਂ ਦੇ ਸਾਹਮਣੇ ਬਹਿ ਗਿਆ ਹੱਥ ਜੋੜ ਕੇ। ਕਹਿੰਦਾ ਵਾਹਿਗੁਰੂ ਜੀ ਸੇਵਾ ਦੱਸੋ। ਪਰਮਾਤਮਾ ਦੀ ਚਾਹੀ ਇੰਨਾ ਸੀ, ਸਮਝ ਹੀ ਨਹੀਂ ਸੀ ਕੁਝ ਆਉਂਦਾ ਵੀ ਰੱਬ ਜੀ ਘਰੇ ਆਏ, ਮੈਂ ਕੀ ਛਕਾਵਾਂ ਕੀ ਬੁਲਾਵਾਂ। ਕਈ ਵਾਰ ਹੁੰਦਾ ਏ ਜਿਸ ਪਿਆਰੇ ਜਿਸ ਸੱਜਣ ਨਾਲ ਪ੍ਰੇਮ ਹੋਵੇ ਕਿਤੇ ਉਹ ਘਰੇ ਆਵੇ ਨਾ ਬਿਨਾਂ ਦੱਸੇ, ਧਰਤੀ ਤੇ ਪੈਰ ਨਹੀਂ ਲੱਗਦੇ, ਆਖੋ ਸਤਿਨਾਮ। ਇਹ ਸੀ ਪਿਆਰ ਦੀ ਬੇਵਲ ਅਵਸਥਾ। ਭਾਈ ਲਾਲੋ ਉਸ ਅਵਸਥਾ ਦੇ ਵਿੱਚ ਕਦੇ ਅੰਦਰ ਚਲੇ ਜਾਂਦੇ, ਕਦੇ ਬਾਹਰ ਆ ਜਾਂਦੇ ਆ। ਗੁਰੂ ਸਾਹਿਬ ਜੀ ਨੂੰ ਜਲ ਛਕਾਇਆ, ਦੂਰੋਂ ਪਾਰੋਂ ਸਤਿਗੁਰ ਥੱਕ ਟੁੱਟ ਕੇ ਆਏ ਹੋਏ। 17 ਦਿਨ ਦਾ ਸਫ਼ਰ ਤੈਅ ਕੀਤਾ ਤੇ ਮਰਦ ਦੇ ਚਰਨਾਂ 'ਚ ਭਾਈ ਲਾਲੋ ਸਾਹਮਣੇ ਬਹਿ ਗਿਆ, ਮਿੱਟੀ ਦੀ। ਬਸ ਹੁਣ ਬੋਲਿਆ ਨਹੀਂ ਜਾਂਦਾ। ਨੇਤਰ ਭਰ ਭਰ ਕੇ ਉਹ ਸਤਿਗੁਰਾਂ ਨੂੰ ਤੱਕਦਾ ਏ। ਆਇਸ ਭਾਏ ਅਸਨ ਕਰਿਬੇ, ਹਿਤ ਗਵਣਿਓ ਲਾਲੋ ਤਬ ਹੀ। ਫਿਰ ਭਾਈ ਲਾਲੋ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਜੇ ਤੁਹਾਡੀ ਆਗਿਆ ਹੋਵੇ ਭੋਜਨ ਬਣਾ ਕੇ ਲਾਇਆ, ਆਗਿਆ ਦਿਓ। ਗੁਰੂ ਸਾਹਿਬ ਜੀ ਨੇ ਸੀਸ ਹਿਲਾਤਾ, ਠੀਕ ਹੈ। ਹੁਣ ਭਾਈ ਲਾਲੋ ਘਰ 'ਚ ਇਕੱਲੇ ਆ, ਅੰਤਾਂ ਦੀ ਗਰੀਬੀ ਹੈ, ਰੋਟੀ ਪਕਾਉਣ ਵਾਸਤੇ ਢੋਲ ਵਿੱਚ ਆਟਾ ਨਹੀਂ। ਇਹ ਸੱਚ ਹੈ। ਬਸ ਗੁਜ਼ਰ ਬਸਰ ਕਰਦੇ ਸੀ, ਲੱਕੜੀ ਦਾ ਛੋਟਾ ਮੋਟਾ ਕੰਮ ਸੀ, ਮੰਜੇ ਮੁੰਜੇ ਬਣਾ ਦੇਣੇ, ਪੀੜੀਆਂ ਸੈੱਟ ਕਰ ਲੈਣੀਆਂ, ਹੋਰ ਛੋਟਾ ਮੋਟਾ ਹੱਥੇ ਉੱਤੇ ਬਣਾ ਦੇਣੇ। ਜਿਹੜੀ ਮਾਇਆ ਆਉਣੀ ਕਮਾਈ ਦੀ ਉਹ ਲੋਕਾਂ ਦੇ ਲਾ ਦੇਣੀ। ਕਿਸੇ ਰਾਹੀ ਨੂੰ, ਪਾਂਧੀ ਨੂੰ, ਫਕੀਰ ਨੂੰ ਭੋਜਨ ਛਕਾ ਦੇਣਾ। ਕਹਿੰਦਾ ਹਜ਼ੂਰ ਹੁਕਮ ਕਰੋ ਮੈਂ ਭੋਜਨ ਲੈ। ਤੇ ਸੱਚੀ ਗੁਰੂ ਸਾਹਿਬ ਵੀ ਕਈ ਦਿਨਾਂ ਦੇ ਭੁੱਖੇ ਪਿਆਸੇ ਸਨ। ਤੇ ਭਾਈ ਮਰਦਾਨੇ ਨੂੰ ਚਾਅ ਚੜ ਗਿਆ ਵੀ ਸ਼ੁਕਰ ਹੈ ਅੱਜ ਰੋਟੀ ਮਿਲ ਜੂਗੀ। ਬਹੁਤ ਦਿਨ ਹੋ ਗਏ। ਦੇਖੋ ਭੁੱਖ ਪਿਆਸ ਸਰੀਰ ਦਾ ਧਰਮ ਹੈ। ਗੁਰੂ ਬਾਬਾ ਜੀ ਕਹਿੰਦੇ ਠੀਕ ਹੈ ਭਾਈ ਲਾਲੋ ਤੂੰ ਭੋਜਨ ਲੈ ਆ। ਭਾਈ ਪ੍ਰੇਮ ਬੜਾ ਸੀ, ਉੱਠਿਆ ਉਸੇ ਵੇਲੇ ਫਟਾਫਟ ਤੁਰਿਆ, ਭੋਜਨ ਦੀ ਤਿਆਰੀ ਕਰਦਾ ਏ। ਪੂਜਤ ਭਾ ਮਰਦਾਨਾ ਬੋਰੇ, ਹਮ ਸੋ ਕਹਿਵੇ ਸਭ ਹੀ। ਹੁਣ ਜਿਸ ਵੇਲੇ ਭਾਈ ਲਾਲੋ ਸਤਿਗੁਰਾਂ ਕੋਲ ਉੱਠ ਕੇ ਆਗਿਆ ਲੈ ਕੇ ਗਏ, ਆਟਾ ਗੁੰਨ ਰਹੇ ਆ, ਭੋਜਨ ਤਿਆਰ ਕਰ ਰਹੇ ਆ, ਇਕੱਲੇ ਹੀ ਬਣਾ ਰਹੇ। ਭਗਤੀ ਵਾਲੀ ਰੂਹ ਹੈ।
ਜਦੋਂ ਕਾਫੀ ਦੇਰ ਹੋ ਗਈ ਨਾ ਜੀ, ਭੋਜਨ ਤਿਆਰ ਕਰਨ ਗਏ, ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਬੈਠੇ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਇਸ ਰੂਹ ਦੀ ਸਮਝ ਨਹੀਂ ਆਈ, ਹੈ ਤੇ ਕੋਈ ਰੱਬੀ ਰੂਹ ਹੈ, ਰੂਹਾਨੀਅਤ ਹੈ, ਘਰ 'ਚ ਗਰੀਬੀ ਜ਼ਰੂਰ ਹੈ, ਦਿਲ ਬੜਾ ਵੱਡਾ ਅਮੀਰ ਆਖੋ ਸਤਿਨਾਮ। ਕੋਈ ਅਮੀਰ ਕੋਈ ਜਿਸਮਾਂ ਕਰਕੇ ਨਹੀਂ ਹੁੰਦਾ, ਅਮੀਰੀ ਰੂਹਾਂ ਦੀ ਹੁੰਦੀ ਹੈ। ਤੁਸੀਂ ਲੱਖ ਗਰੀਬ ਹੋਵੋ, ਤੁਹਾਡੇ ਘਰੋਂ ਕੋਈ ਭੁੱਖਾ ਨਾ ਜਾਵੇ ਤੇ ਤੁਹਾਡੇ ਵਰਗਾ ਅਮੀਰ ਬਾਦਸ਼ਾਹ ਕੋਈ ਨਹੀਂ। ਤੇ ਤੁਸੀਂ ਭਾਵੇਂ 7 ਕੋਠੀਆਂ ਦੇ ਮਾਲਕ ਹੋਵੋ, ਤੁਹਾਡੇ ਘਰ ਕਿਸੇ ਗਰੀਬ ਨੂੰ ਪਾਣੀ ਵੀ ਨਾ ਮਿਲੇ, ਕੋਈ ਫਾਇਦਾ ਨਹੀਂ ਇਹੋ ਜਿਹੀ ਅਮੀਰੀ ਦਾ, ਜਿੱਥੇ ਚੂਹੇ ਵੀ ਭੁੱਖੇ ਮਰਦੇ। ਅੱਜ ਤੇ ਕਲਯੁਗ ਦਾ ਜ਼ਮਾਨਾ ਹੈ, ਬੰਦਿਆਂ ਨੂੰ ਪਾਣੀ ਨਹੀਂ, ਕੁੱਤਿਆਂ ਨੂੰ ਲੋਕ ਗੋਦੀਆਂ ਚੁੱਕੀ ਫਿਰਦੇ, ਦੁੱਧ ਪਿਲਾਉਂਦੇ ਫਿਰਦੇ ਆ। ਅੱਗੇ ਲੋਕ ਕੁੱਤੇ ਰੱਖਦੇ ਸੀ ਇਸ ਵਾਸਤੇ ਵੀ ਪਰਿਵਾਰ ਮਹਿਫੂਜ਼ ਹੋ ਕੇ ਸੋਵੇ। ਹੁਣ ਬੰਦਾ ਜਾਗਦਾ ਤੇ ਕੁੱਤਾ ਗੋਦੀ ਵਿੱਚ ਸੌਂਦਾ। ਇਹ ਤੋਂ ਬਾਅਦ ਕਲਯੁਗ ਕੀ ਆਖੋ ਸਤਿਨਾਮ। ਕੁੱਤਾ ਘਰ ਦੀ ਰਾਖੀ ਲਈ ਹੁੰਦਾ ਸੀ, ਹੁਣ ਬੰਦੇ ਕੁੱਤਿਆਂ ਦੀ ਰਾਖੀ ਵਾਸਤੇ ਆ। ਪਾਰਕਾਂ 'ਚ ਜਾ ਕੇ ਨੋਟ ਕਰੋ, ਇੰਨੇ ਬੰਦੇ ਨਹੀਂ ਜਿੰਨੇ ਕੁੱਤੇ ਚੱਕੇ ਹੋਏ। ਠੀਕ ਹੈ, ਪਾਲਤੂ ਰੱਖਣੇ ਚਾਹੀਦੇ ਆ, ਪਰ ਐਡਾ ਵੀ ਨਹੀਂ ਵੀ ਆਪਣੇ ਧੀ ਪੁੱਤ ਬੱਚਿਆਂ ਨੂੰ ਪਤੀ ਸਾਰਿਆਂ ਨੂੰ ਇੱਕ ਪਾਸੇ ਕਰਕੇ ਕੁੱਤਾ ਹੀ ਸਾਰਾ ਕੁਝ ਹੋ ਗਿਆ, ਉਸੇ ਨੂੰ ਚੁੱਕੀ ਫਿਰੀ ਜਾਓ। ਤੇ ਫਿਰ ਮਾਫ ਕਰਿਓ, ਜੈਸਾ ਸੇਵੈ ਤੈਸੋ ਹੋਵੇ। ਬਾਣੀ ਕਹਿੰਦੀ ਜਿਹੋ ਜਿਹਾਂ ਦੀ ਤੂੰ ਸੇਵਾ ਕਰੇਗਾ ਉਹੋ ਜਿਹੀ ਹੋ ਜਾਏਗਾ, ਬਿਰਤੀ ਉਹੋ ਜਿਹੀ ਹੋ ਜੂਗੀ। ਪਿੰਡਾਂ ਵਿੱਚ ਆਪਣੇ ਕਈ ਲੋਕ ਹੁੰਦੇ, ਉਹ ਸਾਰਾ ਦਿਨ ਗੋਹਾ ਚੁੱਕਦੇ ਰਹਿੰਦੇ ਆ, ਪਸ਼ੂਆਂ ਦੀ ਸੇਵਾ ਕਰਦੇ ਵਿਚਾਰੇ, ਉਹਨੂੰ ਫਰਕ ਹੀ ਨਹੀਂ ਪੈਂਦਾ। ਉਹ ਗੋਹੇ ਕੋਲ ਬੈਠੀ ਚਾਹ ਪੀ ਲੈਂਦੇ ਆ, ਕਿਉਂ? ਜਿਹਦੀ ਸੇਵਾ ਕਰਦੇ ਉਹੋ ਜਿਹੀ ਮੱਤ ਹੋਗੀ। ਹੁਣ ਜਿਹੜਾ ਇਹਨਾਂ ਨੂੰ ਰੱਖੂਗਾ, ਇਹਨਾਂ ਨੂੰ ਬਹੁਤਾ ਪਿਆਰ ਕਰੂ, ਫਿਰ ਬੰਦਿਆਂ ਤੋਂ ਤੇ ਝੁਕੀ ਹੋਈ ਆਖਰ ਸਾਡਾ ਨਾਮ ਮੱਤ ਉਹੋ ਜਿਹੀ ਹੈ। ਉਹਨਾਂ ਸਮਿਆਂ ਦੇ ਵਿੱਚ ਕਲਯੁਗ ਬੇਸ਼ੱਕ ਪੂਰੇ ਜ਼ੋਰਾਂ ਤੇ ਸੀ, ਪਰ ਜਿਹੜਾ ਅੱਜ ਹਾਲਾਤ ਨੇ ਨਾ ਕਲਯੁਗ ਦੇ, ਇਹ ਥੋੜੇ ਹੋਰ ਤਰ੍ਹਾਂ ਦੇ ਪਿਕਾਰੀ ਨੇ। ਭਾਈ ਲਾਲੋ ਜਦੋਂ ਉੱਠ ਕੇ ਆਇਆ ਨਾ, ਭਾਈ ਮਰਦਾਨਾ ਕਹਿੰਦੇ ਮਹਾਰਾਜ ਇਹ ਕੋਈ ਨਾ ਰੱਬੀ ਰੂਹ ਲੱਗਦੀ ਹੈ, ਇਹ ਸਾਨੂੰ ਆਉਣ ਸਾਰੀ ਇੰਨਾ ਪਿਆਰ ਕਰਦਾ ਸੀ, ਚਾਹ ਇੰਨਾ ਚੜ ਕੇ ਦੇ ਘਰ ਕੱਖ ਵੀ ਹੈ ਨਹੀਂ, ਖੁਸ਼ੀ ਕਹਿੰਦੀ ਹੈ, ਚਿਹਰੇ ਤੇ ਖੁਸ਼ੀ ਹੈ, ਚਿਹਰਾ ਦੱਸਦਾ ਹੈ ਤੁਸੀਂ ਕਿਸੇ ਨੂੰ ਮਿਲ ਕੇ ਕਿੰਨੇ ਖੁਸ਼ ਹੋ। ਮਰਦ ਮੈਨੂੰ ਇਹਨਾਂ ਬਾਰੇ ਦੱਸੋ, ਮੈਂ ਨਹੀਂ ਜਾਣਦਾ ਇਹ ਰੱਬ ਦਾ ਪਿਆਰਾ ਕੌਣ ਹੈ। ਕੌਣ ਹੈ ਇਹ ਮਾਨਵ ਸੁਆਮੀ, ਜਿਹ ਪਰ ਕਰਨਾ ਕੀਨੀ। ਐ ਸੁਆਮੀ ਮਾਲਕ ਮੇਰੇ ਆ, ਜਿਹਦੇ ਤੁਸੀਂ ਇੰਨੇ ਤੁਰਠ ਗਏ, ਜਿਹਨੂੰ ਆਪ ਹੀ ਕਹਿੰਦਾ ਤੇਰੇ ਘਰ ਰਹਾਂਗੇ। ਸੱਚੇ ਪਾਤਸ਼ਾਹ ਕੋਈ ਆਮ ਤੇ ਨਹੀਂ ਹੋਣਾ, ਮੈਨੂੰ ਕਿਰਪਾ ਕਰਕੇ ਦੱਸੋ ਕੌਣ ਹੈ ਵਿਅਕਤੀ ਜਿਹਦੇ ਘਰ ਤੁਸੀਂ ਆ ਕੇ ਰਹਿਣ ਵਾਸਤੇ। ਰੱਬ ਰਹਿਣਾ ਹੈ ਜੀ, ਛੋਟਾ ਮੋਟਾ ਤੇ ਹੋਣਾ ਨਹੀਂ। ਛੋਟੇ ਮੋਟੇ ਤੋਂ ਭਾਵ ਕੀ ਹੈ ਵੀ ਦੁਨਿਆਵੀ ਤੌਰ ਤੇ ਛੋਟਾ ਵੱਡਾ ਅਮੀਰੀ ਗਰੀਬੀ ਨਹੀਂ, ਨਹੀਂ, ਇਹ ਤੇ ਬੰਦੇ ਦੀਆਂ ਬੜੀਆਂ ਚੀਜ਼ਾਂ ਨੇ। ਕਈ ਵਾਰ ਗਰੀਬ ਰਾਜੇ ਬਣ ਜਾਂਦੇ, ਕਈ ਵਾਰ ਰਾਜੇ ਕੰਗਾਲ ਹੋਏ ਫਿਰਦੇ। ਦਿਲ ਕਿਹਦਾ ਵੱਡਾ ਹੈ, ਹਿਰਦੇ ਦੀ ਅਮੀਰੀ ਕਿਹਦੇ ਕੋਲੇ ਹੈ? ਜਿਹਦੇ ਕੋਲ ਹਿਰਦੇ ਦੀ ਅਮੀਰੀ ਆ ਨਾ, ਮੰਗਣ ਵਾਲਾ ਵੀ ਕੋਲ ਬੈਠੇ ਪਸ਼ੂ ਪਕਸ਼ੀਆਂ ਨੂੰ ਭੁੱਖਾ ਨਹੀਂ ਸੌਣ ਦਿੰਦਾ। ਤੇ ਜਿਹੜਾ ਆਪ ਕਹਿੰਦਾ ਮੈਂ ਰੱਜਿਆ ਹੋਇਆ, ਉਹਦੇ ਤੇ ਕੁੱਤੇ ਵੀ ਚੌਂ ਚੌਂ ਕਰਦੇ ਆ, ਉਹਨਾਂ ਨੂੰ ਵੀ ਚੱਜ ਨਾਲ ਕੁਝ ਨਹੀਂ ਮਿਲਦਾ। ਦੁਨਿਆਵੀ ਤੌਰ ਤੇ ਰੱਜਿਆ, ਪਰ ਅੰਦਰੋਂ ਨੀਂਦ ਦਾ ਮਾੜਾ ਭੁੱਖਾ ਹੀ ਭੁੱਖਾ ਹੈ। ਭਾਈ ਲਾਲੋ ਦਾ ਏਡਾ ਵੱਡਾ ਜਿਗਰਾ ਵੇਖ ਕੇ ਭਾਈ ਮਰਦਾਨਾ ਜੀ ਪੁੱਛਣ ਲਈ ਮਜਬੂਰ ਹੋ ਗਏ, ਕਹਿੰਦੇ ਬਾਬਾ ਮੈਨੂੰ ਦੱਸੇ ਕੌਣ ਹੈ? ਇੰਨਾ ਚਾਅ ਆਪਣਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਆਪਾਂ ਜਿੱਥੇ ਵੀ ਜਾਂਦੇ ਆ, ਲੋਕੀ ਮਾੜਾ ਚੰਗਾ ਕਹਿੰਦੇ, ਮੈਨੂੰ ਕਹਿੰਦੇ ਮਰਾਸੀ ਵਾਲੀ ਡੂਬ ਮਾਰ ਕੇ, ਮੈਨੂੰ ਵੀ ਇੰਨਾ ਸਤਿਕਾਰ ਦੇ ਰਿਹਾ ਹੈ। ਇਹ ਰੂਹ ਕਿਹੜੀ ਹੈ? ਭਾਗ ਵੱਡੇ ਦੀ ਸਤਮ ਹੋਕੋ, ਬੁੱਧ ਭਗਤ ਮਹਿ ਪੀਨੀ। ਮਰਦ ਕਹਿੰਦੇ ਮਰਦਾਨਿਆ ਤੈਨੂੰ ਕੀ ਲੱਗਦਾ ਹੈ? ਤੂੰ ਵੀ ਕੋਈ ਅੰਦਾਜ਼ਾ ਲਾਇਆ ਹੋਣਾ ਸਾਡੇ ਨਾਲ ਰਹਿ ਕੇ। ਕਹਿੰਦਾ ਮਰਦ ਮੈਨੂੰ ਲੱਗਦਾ ਕੋਈ ਵਡਭਾਗਾ। ਵਡਭਾਗਾ ਕੌਣ ਹੁੰਦਾ? ਵੱਡਿਆਂ ਭਾਗਾਂ ਵਾਲੇ ਦਾ ਮੱਥਾ ਦੱਸਦਾ ਹੈ। ਇਹਦੇ ਭਾਗ ਕਿਹੜੇ? ਕਿਸੇ ਦੇ ਘਰੇ ਆਇਆ, ਚਾਹੇ ਦੁਸ਼ਮਣ ਵੀ ਆ ਜੇ ਮੱਥਾ ਖਿੜਿਆ ਨਾ, ਅੰਦਰ ਕੰਤ ਨਹੀਂ, ਤੇ ਸਮਝੋ ਵੱਡੇ ਭਾਗਾਂ ਦੀ ਨਿਸ਼ਾਨੀ। ਚਾਹ ਚੜਿਆ ਮੈਂ ਕੀ ਬਣਾ ਕੇ ਖਵਾਣਾ, ਤੇ ਜੇ ਮੱਥੇ ਤੇ ਵੱਟ ਪੈਂਦਾ ਤੇ ਇਹ ਤੋਂ ਵੱਡੇ ਪਾਪਾਂ ਦੀ ਨਿਸ਼ਾਨੀ ਕੋਈ ਨਹੀਂ। ਉਹ ਪਹਿਲਾਂ ਵੀ ਨਰਕ ਚੋਂ ਆਇਆ ਤੇ ਨਰਕ ਚੋਂ ਫੇਰ ਜਾਂਦਾ। ਕਹਿੰਦਾ ਮਰ ਜੇ ਕੋਈ ਮੈਨੂੰ ਭਗਤੀ ਵਾਲਾ ਪੁਰਸ਼ ਲੱਗਦਾ ਹੈ, ਇੰਨਾ ਪ੍ਰੇਮ, ਆਪੇ ਤੋਂ ਵੱਧ ਫਿਕਰ ਕਰਦਾ ਹੈ। ਪਤਾ ਨਹੀਂ ਵਿਚਾਰੇ ਨੇ ਰੋਟੀ ਖਾਧੀ ਹੈ ਨਹੀਂ ਖਾਧੀ ਹੈ, ਕੰਮ ਤੇ ਗਿਆ ਨਹੀਂ ਗਿਆ, ਪਰ ਸਾਨੂੰ ਪਲਗਾ ਦੇਖ ਕੇ ਕਹਿੰਦਾ ਮੈਂ ਭੋਜਨ ਲੈ ਕੇ ਆਉਣਾ, ਪਤਾ ਨਹੀਂ ਕਿੱਥੋਂ ਲੈ ਕੇ ਆਉਣਾ। ਮਰਦ ਰੱਜੀ ਰੂਹ ਲੱਗਦੀ ਹੈ, ਕੋਈ ਰੂਹਾਨੀਅਤ ਦਾ ਇਹ ਸੰਗਮ ਹੈ। ਸੁਣ ਕਰ ਬਚਨ ਉਚਾਰੇ ਸ੍ਰੀ ਮੁਖ, ਕੀਨਹੁ ਸੰਤ ਸਰੂਪਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆ, ਜੇ ਤੂੰ ਜਾਣ ਹੀ ਲਿਆ ਨਾ ਇਹ ਭਗਤੀ ਵਾਲੀ ਰੂਹ ਹੈ,
कि असल विच संत रूप साधु आखो सतनाम भाई लालो संत है। मर्द कहते ये शांति दा सोमा है भाई, बंदगी दी रूहानियत दी रूह है। चित करदा सी नु मिल के आवा, मेरा अंदरों बड़ी बार ख्याल उठदा सी, ताई सतगुर आ गए। देखो चल रब आप जल के आया किदे घरे, भाई लालो ते भाई लालो एमनाबाद विच कौन है? एक टुट्टी जी झुग्गी च रहन वाला गरीबड़ा जिहा सिख है, कोई ओनू जानदा नहीं। अपने रिश्तेदार ओनू छड्ड के, साग संबंधी छड्ड के, कल भी सुनिया भी गरीब दा कोई रिश्तेदार नहीं हुंदा, हो के भी कोई नहीं हुंदा। ते अमीर तुहाडे कोल पैसा आ गया, तुहाडा कोई कुछ नहीं लगदा, हरेक एक कजन ब्रदर आ मेरी मासी दा मुंडा, मेरे चाचे दा मुंडा, मेरा भतीजा, मेरा भाणजा, मेरा पतौरा दोहरा, पता नहीं क्या क्या बन जांदा। माया ना सा हुण भाई लालो कल्ला ही रहिंदा सी, कोई संगी साथी नहीं सी, लोग नफरत करते सी पर बंदगी करदा सी। गुरु साहब कहंदे संत महापुरख ने ये बंदगी वाले पूरे सूरे ने इन्हां दे दर्शन करन नूं चित कीता। मर्दानिया आपां तां आए आ भगत करत बीते कुछ जन्म, अब भी सफल अनूपा। गुरु साहब फिर आप कहते मर्दानिया ये अज दा भगती नहीं करदा, इनू कई जन्म बीत गए भगती करते। जे अज आपां गुरु कलगीधर दे सिख बने आ ना, सिंह बने आ, अले इत्थे किसी नूं कह दो भी अमृत छक लो, कहंदा यार घर दे नहीं मनदे। हुण आपां गुस्सा करदे भी बंदे नूं 20 साल गुरुद्वारे आउंदे नूं हो गए, जुड़दा क्यों नहीं? जुड़ूगा किवें भाई? जुड़ना ही ਉਹਨੇ है ਜਿਹੜਾ पिछले जन्मां तो किते जुड़िया आया है। ਉਹਨੂੰ ਕਹਿਣਾ नहीं ਪੈਂਦਾ, चोरी जाके भी जुड़ ਜਾਂਦਾ गुरु घर ਨਾਲ, अपने आप जुड़ूगा, अपने आप भजूगा। ਤੇ ਜਿਹਦੇ ਮਾੜੇ ਕਰਮ ਨੇ ਉਹਨੂੰ ਲੱਖ ਵਾਰ ਕਹਿ ਵੀ ਲੋ, ਕੋਈ ਸੰਤ ਮਹਾਂਪੁਰਖ ਵੀ ਬਚਨ ਕਰਦੇ ਵੀ ਦਾੜੀ ਰੱਖ ਲਈ ਫਿਰ ਬਣਾ ਬਿਨਾ ਭਾਗਾ ਤੋਂ ਥੋੜਾ ਕੁਝ ਹੁੰਦਾ। ਮਰਦ ਕਹਿੰਦੇ ਬੜੇ ਜਨਮ ਹੋ ਗਏ ਇਹਨੂੰ ਭਗਤੀ ਕਰਦਿਆਂ ਨੂੰ, ਆ ਜਨਮ ਇਹਦਾ ਅੱਜ ਸਫਲਾ ਹੋਇਆ। ਆਖੋ ਸਤਨਾਮ। ਜਨਮਾਂ ਜਨਮਾਂ ਦੀ ਭਗਤੀ ਹੁੰਦੀ ਹੈ ਤਾਂ ਕਿਤੇ ਸਿੱਖੀ ਵਿੱਚ ਜਨਮ ਮਿਲਦਾ ਹੈ। ਸਿੱਖ ਬਣਨਾ ਕਿਹੜਾ ਆ ਪੰਜਾਬ ਦੀ ਧਰਤੀ ਦੀ ਗਿਣਤੀ ਕਿੰਨੀ ਹੈ? ਜੇ ਦੇਖੀਏ ਰੇਸ਼ੋ ਕੱਢੀਏ ਤੇ 3 ਕਰੋੜ ਮੰਨੀ ਜਾਂਦੀ ਹੈ ਵੀ ਇੰਨੇ ਲੋਕ ਆਪਾਂ ਇੱਥੇ ਜਨਸੰਖਿਆ। ਇਹ ਤੋਂ ਜੇ ਵੇਖਿਆ ਜਾਵੇ ਤੇ ਸਿੱਖ ਕਿੰਨੇ ਕੁ ਨੇ? ਚਲੋ 30 ਲੱਖ ਲਾ ਲਓ, 25 ਲੱਖ ਲਾ ਲਓ, ਘੱਟ ਤੋਂ ਘੱਟ, ਮੈਂ ਵੱਧ ਨਹੀਂ ਕਿਹਾ, ਘੱਟ ਤੋਂ ਘੱਟ। ਹੁਣ ਇੰਨਿਆਂ ਦੇ ਵਿੱਚੋਂ ਅਸਲ ਕਿੰਨੇ ਗਾ ਉਹ ਲੱਭਣੇ ਔਖੇ ਆ। ਆਖੋ ਸਤਨਾਮ। ਮੇਰੇ ਵਰਗੇ ਨਕਲੀ ਸਿੱਖ ਬਹੁਤ ਮਿਲ ਜਾਣਗੇ ਤੁਹਾਨੂੰ, ਬੜੇ ਸੋਹਣੇ ਸੋਹਣੇ ਕੱਪੜੇ ਪਾਏ, ਕੱਪੜਿਆਂ ਦੀ ਜੋਰ ਲਾਇਆ ਹੋਇਆ, ਅੰਦਰ ਬੰਦਗੀ ਨਹੀਂ, ਅੰਦਰ ਸੇਵਾ ਨਹੀਂ, ਨਿਮਰਤਾ ਨਹੀਂ। ਸਿੱਖ ਨੂੰ ਵੇਖ ਕੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਵੀ ਇਹ ਕਿੱਥੋਂ ਆ ਗਿਆ ਹੋਇਆ ਆਹ। ਪਰ ਮਰਦ ਕਹਿੰਦੇ ਇਹਦੇ ਕਈ ਜਨਮਾਂ ਦੀ ਤਪੱਸਿਆ ਹੈ, ਕਈ ਜਨਮਾਂ ਦੀ ਭਗਤੀ ਹੈ। ਕਹਿੰਦੇ ਅੱਜ ਉਹ ਜਨਮ ਆਏ ਨੇ। ਭਗਤ ਜੀ ਨੇ ਕਿਹਾ ਨਾ, ਭਗਤ ਰਵਿਦਾਸ ਜੀ ਨੇ, ਬਹੁਤ ਜਨਮ ਵਿਛਰੇ थे माधो, ਇਹ ਜਨਮ तुम्हारे लेखे, ये जन्म तेरे लेखे च है। कह रविदास आस लग जीवो, चिर भयो दर्शन देखे। ताइयों कही जाता सी तुहानू किते देखिया देखिया लगदा है। मैं कल बेनती कीती सी कि जिहदा टाइम ट्रैवल चलदा ना, कि साडे नाम दे कई व्यक्ति किसी होर धरती ते भी बैठे हैं, पता नहीं असीं कित्थे कित्थे जाके आए हैं, किहड़े प्लैनेट ते गए हैं, किहड़ी धरती ते गए हैं, किहड़ी जून च गए हैं। ਅਸੀਂ ਲੱਖਾਂ ਜਨਮ ਧਾਰਨ ਕੀਤੇ ਹੋਣੇ, ਜਦੋਂ ਤੋਂ ਸ੍ਰਿਸ਼ਟੀ ਬਣੀ ਆਪਾਂ ਤੇ ਉਦੋਂ ਦੇ ਬਣੇ ਹੋਏ ਆ। ਆਪਾਂ ਅੱਜ ਕੱਲ੍ਹ ਤੇ ਥੋੜੀ ਆ, ਜਦੋਂ ਤੋਂ ਇਹ ਧਰਤੀ ਬ੍ਰਹਿਮੰਡ ਸੰਸਾਰ ਰਚਿਆ ਆਪਾਂ ਵੀ ਉਦੋਂ ਤੋਂ ਹੀ ਤੁਰੇ ਫਿਰਦੇ ਆ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ। ਤੇ ਜਿੱਥੇ ਜਿੱਥੇ ਬੰਦਾ ਜਾ ਕੇ ਆਇਆ ਹੁੰਦਾ ਹੈ ਉਹ ਸੁਰਤ ਦੇ ਵਿੱਚ ਰਿਕਾਰਡ ਰਹਿੰਦਾ ਹੈ, ਮਨ ਉਹੀ ਹੈ। ਤਾਂ ਹੀ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਜਨਮ ਜਨਮ ਕੀ ਇਸ ਮਨ ਤੋਂ ਮਨ ਲੱਗੀ। ਜਨਮਾਂ ਜਨਮਾਂ ਦੀ ਮੈਲ ਕਿੱਥੋਂ ਲੱਗੀ? ਇਸ ਮਨ ਨੂੰ, ਕਿਉਂਕਿ ਮਨ ਪੁਰਾਣੇ ਹੀ ਹੈ। ਇਸੇ ਕਰਕੇ ਸੰਸਕਾਰ ਨਵੇਂ ਪੁਰਾਣੇ ਆਈ ਜਾਈ ਜਾਂਦੇ ਆ। ਸਰੀਰ ਬਦਲਦਾ ਏ, ਮਨ ਨਹੀਂ ਮਰਦਾ, ਰੂਹ ਨਹੀਂ ਮਰਦੀ। ਜਿਸ ਦਿਨ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਅਸੀਂ ਉਸੇ ਦਿਨ ਦੇ ਤੁਰੇ ਫਿਰਦੇ ਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਨੀਂਦ ਕੁੰਗਾ। ਇਸ ਸ਼ਬਦ ਵਿੱਚ ਮਰਦ ਨੇ ਜ਼ਿਕਰ ਕੀਤਾ, ਕਹਿੰਦੇ ਪਤਾ ਨਹੀਂ ਕੀ ਕੀ ਬਣਿਆ, ਕਿੱਥੇ ਕਿੱਥੇ ਬਣਿਆ, ਕੀ ਕੀ ਕੀਤਾ ਹੈ। ਗੁਰੂ ਸਾਹਿਬ ਦੇ ਬਚਨ ਯਾਦ ਆਉਂਦੇ ਭਾਈ ਮਰਦਾਨੇ ਨੂੰ। ਸੱਚਮੁੱਚ ਤਾਈਓ ਕਹਿੰਦਾ ਸੀ ਮੈਂ ਤੁਹਾਨੂੰ ਵੇਖਿਆ ਕਿਤੇ, ਪਰ ਸਮਝ ਨਹੀਂ ਆਉਂਦਾ ਤੁਸੀਂ ਹੈ ਕੌਣ, ਦੱਸੋ ਤੇ ਸਹੀ। ਉਹਦਾ ਭਾਵ ਕੀ? ਉਹ ਜਨਮਾਂ ਜਨਮਾਂ ਤੋਂ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਦਾ। ਕੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਹੁਣੀ ਹੋਇਆ? 1469 ਚ ਹੋਇਆ। ਇਹ ਸਰੀਰ ਦਾ ਜਨਮ ਸੀ ਦੁਨਿਆਵੀ ਤੌਰ ਤੇ। ਗੁਰੂ ਨਾਨਕ ਤੇ ਆਦ ਕਾਲ ਤੋਂ ਹੀ ਨੇ। ਆਖੋ ਸਤਨਾਮ। ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ
ਹੈ ਜਗ ਆਇਓ। ਉੱਤੇ ਆਦ ਕਾਲ ਤੋਂ ਨੇ, ਜਦੋਂ ਤੂੰ ਸ੍ਰਿਸ਼ਟੀ ਵੀ ਨਹੀਂ ਸੀ ਬਣੀ। ਇਸੇ ਕਰਕੇ ਬਾਣੀ ਰੋਜ਼ ਕਹਿੰਦੀ ਆਦ ਸੱਚ ਜੁਗਾਦ ਸੱਚ। ਆਦ ਕਾਲ ਤੋਂ ਹੀ ਸੱਚ ਨੇ ਗੁਰੂ ਨਾਨਕ ਸਾਹਿਬ। ਤੇ ਨਾਮ ਵੀ ਸਤਿਗੁਰਾਂ ਦੇ ਅਵਤਾਰ ਤੋਂ ਪਹਿਲਾਂ ਹੀ ਸੀ। ਇਹ ਨਹੀਂ ਹੈ ਵੀ ਪੰਡਤ ਹਰਦਿਆਲ ਨੇ ਨਾਮ ਰੱਖਿਆ ਨਾਨਕ, ਨਹੀਂ ਨਹੀਂ। ਜੇ ਇਹਨੇ ਰੱਖਿਆ ਨਾ ਤੇ ਵੇਦਾਂ ਕਿਤਾਬਾਂ 'ਚ ਪਹਿਲਾਂ ਕਿੱਥੋਂ ਲਿਖਿਆ ਗਿਆ ਵੀ ਪਸ਼ਚਮੇ ਤੋਂ ਸ਼ੁਭ ਦੇਸੇ ਬੇਦੀ ਵੰਸੇ ਚ ਨਾਨਕੋ, ਇਹ ਸਤਿਗੁਰ ਜੀ ਲਿਖਤਾ ਧੁਰ ਤੋਂ ਆਏ ਹੋਏ ਆਪ ਪਰਮਾਤਮਾ ਨੇ। ਮਰਦ ਕਹਿੰਦੇ ਇਹਦੀ ਕਈ ਜਨਮਾਂ ਦੀ ਭਗਤੀ ਹੈ, ਹਰ ਵਾਰ ਮਿਲਣ ਦੀ ਚਾਹਨਾ ਰੱਖਦਾ ਸੀ ਵੀ ਰੱਬਾ ਮੇਰੇ ਆ ਮੈਂ ਮਿਲਣਾ ਤੈਨੂੰ ਹੈ। ਸਤਿਗੁਰ ਕਹਿੰਦੇ ਭਗਤੀ ਸਫਲੀ ਹੋ ਗਈ। ਮਰਦਾਨਿਆ ਅੱਜ ਉਹ ਸਮਾਂ ਕਰਮਾਂ ਵਾਲਾ ਆਣ ਪੁੱਜਿਆ ਏ। ਨੋ ਬਿਦ ਭਗਤ ਅਹਿ ਮਰਦਾਨਾ ਜਾ ਮਹਿ ਕੋ ਹੋਈ। ਗੁਰੂ ਸਾਹਿਬ ਕਹਿੰਦੇ ਇਹ ਇੱਕ ਭਗਤੀ ਕਰਦਾ ਸੀ। 9 ਤਰ੍ਹਾਂ ਦੀਆਂ ਭਗਤੀਆਂ ਨੇ ਭਾਈ ਮਰਦਾਨਿਆ। ਉਹਨਾਂ ਚੋਂ ਜਿਹੜੀ ਭਗਤੀ ਇਹ ਕਰਦਾ ਸੀ ਬਹੁਤ ਵੱਡੀ ਹੈ। ਭਾਈ ਮਰਦਾਨਾ ਜੀ ਨੇ ਸੁਣਿਆ 9 ਤਰ੍ਹਾਂ ਦੀ ਭਗਤੀ। ਮਨ 'ਚ ਖਿਆਲ ਆਇਆ ਵੀ ਮੈਨੂੰ ਤੇ ਇੱਕ ਦਾ ਹੀ ਪਤਾ, ਆਖੋ ਸਤਿਨਾਮ। ਹੁਣ ਸਾਨੂੰ ਵੀ ਪੁੱਛੇ ਵੀ ਭਾਈ ਸਾਹਿਬ ਭਗਤੀ 9 ਤਰ੍ਹਾਂ ਦੀ ਹੁੰਦੀ ਹੈ? ਨਾ ਨਾ, ਇਹ ਗੁਰਦੁਆਰੇ ਜਾਣਾ ਪਾਠ ਕਰਨਾ ਇੱਥੇ ਹੁੰਦੀ ਭਗਤੀ। 9 ਕਿਹੜੀ ਆ ਗਈਆਂ? ਦਰਿਆ ਵੀ ਪਤਾ ਤੇ ਇੱਥੇ ਖੜਾ ਹੋਊਗਾ ਨਾ। ਇਹ ਹੁਣ ਸੁਰਤ ਦੇ ਮਾਰਗ ਨੇ 9 ਤਰ੍ਹਾਂ ਦੀ ਭਗਤੀ, ਜਿਹਨੂੰ ਨਵਦਾ ਭਗਤੀ ਕਹਿੰਦੇ ਆ। ਗੁਰੂ ਸਾਹਿਬ ਆਪ ਕਹਿ ਰਹੇ ਆ, ਭਾਈ ਲਾਲੋ ਦੇ ਘਰ ਬਹਿ ਕੇ ਜਦੋਂ ਭਾਈ ਲਾਲੋ ਭੋਜਨ ਬਣਾਉਣ ਗਿਆ ਨਾ, ਉਦੋਂ ਸਤਿਗੁਰ ਤੇ ਸਤਿਗੁਰਾਂ ਦਾ ਪਿਆਰਾ ਭਾਈ ਮਰਦਾਨਾ ਬੈਠੇ। ਕਹਿੰਦਾ ਮਹਾਰਾਜ 9 ਤਰ੍ਹਾਂ ਦੀ ਭਗਤੀ ਕਿਹੜੀ ਹੁੰਦੀ ਹੈ? ਮੈਂ ਇਹਦੇ ਬਾਰੇ ਅਣਜਾਣ ਹਾਂ। ਭਵ ਸਾਗਰ ਤਰਗਤ ਕੋ ਪਾਵੇ ਨਹਿ ਲਖ ਸੰਸ ਕੋਈ। ਭਾਈ ਜਿਹਦੇ ਅੰਦਰ ਇਹ 9 ਤਰ੍ਹਾਂ ਦੀ ਭਗਤੀ ਆ ਜੇ, ਉਹ ਭਵ ਸਾਗਰ ਤੋਂ ਤਰ ਜਾਂਦਾ ਏ। ਉਹਦੇ ਅੰਦਰ ਕੋਈ ਸੰਸਾ ਨਹੀਂ ਰਹਿੰਦਾ। ਸ਼ੰਕਾ ਸਾਡੀ ਜਾਨ ਨੂੰ ਤੇ 100 ਸਿਆਪੇ। ਅਸੀਂ ਤੇ ਕਿਤੇ ਗੁਰੂ ਘਰ ਬੈਠੇ ਹੋਈਏ ਤੇ ਸਾਡਾ ਤੇ ਮਨ ਉੱਥੇ ਵੀ ਨਹੀਂ ਲੱਗਦਾ। ਗੁਰਦੁਆਰੇ ਆਈਏ ਤੇ ਉਹਦਾ ਘਰ ਭੱਜਾ ਛੇਤੀ, ਘਰੇ ਪਤਾ ਨਹੀਂ ਕੀ ਬੰਦ ਰੱਖਿਆ। ਘਰੇ ਹੋਈਏ ਹਾਏ ਗੁਰਦੁਆਰੇ ਚੱਲ ਜਾ ਛੇਤੀ, ਅੱਜ ਜਾਇਆ ਨਹੀਂ। ਟਿਕਾ ਹੈ ਕਿਸੇ ਦਾ? ਕਦੇ ਬੰਦਾ ਇਹ ਹੋਇਆ ਵੀ ਅੱਜ ਜਾ ਘਰ ਤੇ 24 ਘੰਟੇ ਰਹਿਣਾ। ਜੇ ਗੁਰੂ ਘਰੇ ਆਏ ਚੌਪੜਾ ਲਾ ਕੇ ਹਾਜ਼ਰੀ ਭਰ ਲਈਏ, ਸਿਮਰਨ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਈਏ। ਦੋ ਘਰੇ ਨਾ ਨਾ, ਘਰੇ ਆ ਕੇ ਭਾਈ ਸਾਹਿਬ ਜਲ ਪਾਣੀ, ਉਹ ਨਾ ਦੀ ਬਸ ਘਰੇ ਜਾਣਾ ਹੈ ਵੀ ਫਿਰ ਆਇਆ ਕੀ ਕਰਨ ਸੀ ਕੀ ਲੈਣਾ। 10 ਦਿਨ ਦੇ ਵੀਡੀਓ ਕਾਲ ਤੇ ਵਿਖਾ ਦਿੰਦੇ ਗੁਰਦੁਆਰਾ। ਹੱਥ ਕਿਹੜੀ ਹੈ ਸਾਡੀ? ਗੁਰੂ ਨਾਨਕ ਸਾਹਿਬ ਆਖਣ ਲੱਗੇ ਮਰਦਾਨਿਆ ਜਿਹਦੇ ਅੰਦਰੋਂ ਸ਼ੰਕਾ ਖਤਮ ਹੋ ਜੇ ਨਾ, ਉਹ ਜਿਉਂਦਾ ਜੀ ਮੁਕਤ ਹੁੰਦਾ ਏ। ਆ ਵੀ ਅੱਜ ਅਸੀਂ ਲਈ ਫਿਰਦੇ ਆ, ਮੈਂ ਇੰਨੇ ਪੁੰਨ ਕੀਤੇ, ਮੇਰੇ ਨਾਲ ਮਾੜਾ ਕਿਉਂ ਹੋ ਗਿਆ? ਮੈਂ ਤੇ ਸੇਵਾ ਬੜੀ ਕੀਤੀ ਬਾਈ, ਮੇਰਾ ਰੱਬ ਨੇ ਬੁਰਾ ਕਿਉਂ ਕਰਤਾ? ਇਹ ਸ਼ੰਕਾ ਏ, ਇਹ ਭਰਮ ਹੈ। ਬੰਦਗੀ ਵਾਲਿਆਂ ਨੂੰ ਇਹ ਵੀ ਭਰਮ ਨਹੀਂ ਹੁੰਦਾ ਵੀ ਮੈਂ ਸੇਵਾ ਕੀਤੀ ਮੈਂ ਮੁਕਤ ਹੋ ਜਾਊਗਾ, ਮੈਂ ਅੰਮ੍ਰਿਤ ਛਕ ਲਿਆ ਗੁਰਦੁਆਰੇ ਜਾਣਾ ਸਾਡਾ ਕੁਝ ਬਣੂਗਾ। ਅਸੀਂ ਤੇ ਸੋਚਦੇ ਫਿਰਦੇ ਆ ਪਤਾ ਨਹੀਂ ਜੀ ਧਰਮਰਾਜ ਸਾਡਾ ਕੀ ਕਰੂਗਾ। ਉਹਨੇ ਕੀ ਕਰਨਾ? ਜੇ ਤੈਨੂੰ ਆਪਣੇ ਗੁਰੂ ਤੇ ਭਰੋਸਾ ਤੇ ਧਰਮਰਾਜ ਤੇ ਹੱਥ ਜੋੜੀ ਕਰੂਗਾ ਕੋ ਸਤਨਾਮ। ਹੁਣ ਭਰੋਸਾ ਬਣਾਉਣਾ ਹੀ ਤੇ ਔਖਾ ਕੰਮ ਹੈ, ਬਹੁਤ ਔਖਾ ਹੈ। ਸਤਿਗੁਰ ਕਹਿੰਦੇ ਮਰਦਾਨੇ ਆ ਜਦੋਂ ਅੰਦਰੋਂ ਸ਼ੰਕਾ ਮੁੱਕ ਜਾਏ ਨਾ, ਹਰ ਤਰ੍ਹਾਂ ਦੀ ਸੇਵਾ ਸਫਲੀ ਹੁੰਦੀ ਹੈ। ਮਰਦਾਨਾ ਬੂਜਤ ਭਾਟਬ ਹੀ ਸਭ ਵਿਦ ਭਗਤ ਕਹੀਜੇ। ਫਿਰ ਭਾਈ ਮਰਦਾਨਾ ਦੋਨੇ ਹੱਥ ਜੋੜ ਗਲ ਪੱਲਾ ਪਾ ਕੇ ਕਹਿੰਦੇ ਬਾਬਾ ਜੀ ਕਿਰਪਾ ਕਰੋ, ਆ 9 ਤਰ੍ਹਾਂ ਦੀ ਜਿਹੜੀ ਭਗਤੀ ਆ ਨਾ ਮੇਰੀ ਝੋਲੀ ਪਾ ਦਿਓ, ਮੈਨੂੰ ਵੀ ਦੱਸ। ਧੰਨ ਸੀ ਭਾਈ ਮਰਦਾਨਾ, ਉਹਨੇ ਪੁੱਛਿਆ ਤੇ ਅੱਜ ਸਾਨੂੰ ਪਤਾ ਲੱਗ ਗਿਆ, ਅਸੀਂ ਸੁਣ ਰਹੇ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਫਿਰ ਲਾ ਚੌਕ ਆ ਤੈਨੂੰ ਦੱਸਾਂ। ਭਾਈ ਮਰਦਾਨਾ ਥੱਲੇ ਬਹਿਣਾ ਚਾਹੁੰਦੇ ਸੀ, ਮਰਦ ਸਰਾਣੇ ਵਾਲੇ ਪਾਸੇ ਆ, ਭਾਈ ਮਰਦਾਨਾ ਪੈਂਦਾ ਵਾਲੇ ਪਾਸੇ ਆ। ਮੰਜੀ ਤੇ ਲਾਏ ਨੇ ਚੌਂਕੜੇ, ਗੁਰੂ ਬਾਬਾ ਜੀ ਸਾਹਮਣੇ ਬੈਠ ਕੇ ਭਾਈ ਮਰਦਾਨੇ ਨੂੰ ਉਹਦੇ ਸਵਾਲਾਂ ਦਾ ਜਵਾਬ ਦਿੰਦੇ ਨੇ। ਜਿਹ ਕੇ ਕਰਤ ਪਰਮਗਤ ਪਾਵੇ ਭਵ ਜਲ ਭਲੇ ਤਰੀਜੇ। ਗੁਰੂ ਸਾਹਿਬ ਨੇ ਸਪਸ਼ਟ ਕਿਹਾ ਮਰਦਾਨਿਆ ਜਿਹਨੇ ਇਸ ਭਗਤੀ ਚੋਂ ਇੱਕ ਤਰ੍ਹਾਂ ਦੀ ਭਗਤੀ ਵੀ ਕਰ ਲਈ, ਇੱਕ ਤਰ੍ਹਾਂ ਦੀ ਵੀ 9 ਚੋਂ ਕਿਸੇ ਨੇ ਇੱਕ ਵੀ ਕਰ ਲਈ ਨਾ, ਵੀ 8 ਨਹੀਂ ਹੋਈਆਂ ਕਿਤੇ ਕੋਈ ਗੱਲ ਨਹੀਂ, ਭਵ ਸਾਗਰ ਤੋਂ ਤੁਨੇ ਤਰਨਾ ਹੀ ਤਰਨਾ ਖੋ ਸਤਨਾਮ ਕੋਈ ਨਹੀਂ ਹੋ ਸਕਦਾ। ਇੱਕ ਤਰ੍ਹਾਂ ਦੀ ਵੀ ਭਗਤੀ ਤੇ ਕਿੱਡਾ ਸੌਖਾ ਮਾਰੇ ਹੈ। ਇੱਥੇ ਤੇ ਵੱਡੇ ਵੱਡੇ ਰਿਸ਼ੀ ਮੁਨੀ ਭਗਤੀ ਕਰਦੇ ਰਹੇ ਆ ਪਰ ਜੀਵਨ ਸਫਲਾ ਨਹੀਂ ਹੋਇਆ। ਨਾਰਦ ਮੁਨੀ ਜੀ ਕਰਦੇ ਸੀ 9 ਤਰ੍ਹਾਂ ਦੀ ਭਗਤੀ, ਜੋ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੱਸਦੇ ਆ ਕਿ ਉਹ ਭਗਤੀ ਭਾਈ ਲਾਲੋ ਵੀ ਕਰਦਾ ਹੈ, ਜਨਮਾਂ ਜਨਮਾਂ ਤੋਂ ਕਰਦਾ ਹੈ, ਇੱਕ ਜਨਮ ਦਾ ਫਲ ਥੋੜੀ।
जे अज तुसीं संगत विच बैठे हो लगातार सुनते हो, मेरे वर्गा बंदा 2 दिन आउंदा हट जांदा है, महीना आऊगा हट जूगा, तुसीं क्यों नहीं हटदे? किते ना किते कोई पूर्वला कर्म ऐसा है, गुरु की कृपा ऐसी है जो तुहानूं खिच के रोज ले आउंदी है। किहदे कोल समां जी दसो? कलयुग का टाइम है, जिन्हों मर्जी पुछ के वेखो, हर बंदा कहता ना जी टाइम ही नहीं है, कहते गुरुद्वारे आ जाया कर फलाने, कहता ना टाइम नहीं है। पर तुसीं समां कढ के आ रहे हो, तुहानूं कोई खिच के नहीं लैके आउंदा, बुला के नहीं लैके आउंदा, क्यों आ रहे हो? किते ना किते गुरु नानक साहब की कृपा है। ਇਹਦਾ हंकार नहीं करना भी मेरे ते कृपा मैं तां आउणा, जिद्दणे सोच लिया उतने ही आ सारा कुछ। महाराज कृपा रखियो, तेरी नज़र च दे हाँ ना जी, तेरी संगत विच बहिंदे आ। सतगुर कहते एक तरह की भी भगती मरदानिया जीवन विच आ गई, कुलां उतार दिंदी है। श्री मुख भनत भए तेह काला, सुनिए भगत परकार। महाराज कहते सुन फिर मरदानिया भगत नवै प्रकारा। 9 तरह की भगती ते 9 तरह के भगत ने। धुर की बाणी पढ़ते हो ना जी, भगतां दी बाणी। सारे भगतां दा जीवन अलग अलग है, अलग अलग बेस है उहदा। भगत कबीर जी का जीवन पढ़ियो ते भगत रविदास जी का अलग अलग चीज़ां। सैन नाई का जीवन पढ़ियो ते भगत धन्ने का पढ़ियो, बिल्कुल डिफरेंट है, बिल्कुल ही। फिर भगत फरीद जी नूं पढ़ के वेखो, उन्हां दी रचना होर तरह दी, उन्हां दा जीवन होर हिसाब नाल चलदा है। अलग अलग तरह दी भगतियां कीतियां सब ने। ते भगत नामदेव जी वाले पासे आ जाओ, वो कुत्ते पिछे भी प्रशादा लेके फिरते, कहते रब्बा मक्खण दे ले जा। हुण तुसीं दसो जी बाकी भगतां दे जीवन च कुछ आया? बिल्कुल अलग। जो भगत नामदेव नाल होया वो भगत कबीर जी नाल नहीं होया, जो भगत कबीर जी नाल होया वो नामदेव नाल नहीं होया। सब कुछ अलग तरह की भगत। 9 तरह दी भगतियां ने ते 9 तरह के भगत हुंदे हन। जदों सतगुर सुनाउण लगे ते भाई मरदाना जी ने चौकड़ा लाया, नेत्र बंद कीते, एक एक वचन रब दी रसना तो सुनदे ने। पृथक पृथक हो भाखो सब ही, जे है भगत अचार। भाई मरदाना कहना महाराज मैनू एक एक भगती खोल के सुनायो जी, एक एक कठिया ना दस दिओ, मेरा भांडा बहुत छोटा है, इन्ना कुछ चेते रहना नहीं। सत संगत समुखा करनी, मिलते काल बितावे। कहते पहली भगती है मरदानिया सत संगत विच बैठना। सब तो वड्डी भगती और सब तो औखा काम आखो सतनाम। दूजा संगत दी काल कमाई करनी, काल सेवा। संगत दे जोड़े चाढ़ने, संगत दियां चादरां झाड़नियां, संगत दे बर्तन मांजने ते संगतां दे चरण घुटने। इस संगत दी स्रोत नाम है सेवा दा। हुण सेवा मन करके भी है, तन करके भी है, धन करके भी है। 3 तरह की सेवा है संगत दी। हुण संगत कई तरह की है, एक है संगत, एक है सत संगत, एक है साध संगत। ये अलग अलग पर भेद रस ते लाइन हुई है। गुरु नानक साहब महाराज कहते पहली है संगत करनी। संगत किहनूं कहते हैं? इकट्ठ नूं कहते संगत नहीं। तुसीं घर बैठे हो, तुहाडे कोल 2 रब दे प्यारे आ गए, बह के रब दी गल शुरू कीती, वो बन गई संगत। घरे बैठे, चाहे गुरुद्वारे हो चाहे घर हो, संगत नूं कहंदे आ जिथे एक तो वध के। महाराज लिखदे आ एक सिख, जिथे इक्को जना वो सिख होएगा, दूए साध संगत। तुसीं 2 बंदे बह के रब दी गल करदे हो, साध संगत बन गई। जे 5 जने आ, पंजी परमेश्वर, 5 बह के कहंदे परमात्मा बैठा, गुरु गोबिंद सिंह पातशाह। गुरु नानक साहब महाराज कहते जो संगत करते हो ना, तुहाडे कोई घर आ गया, रब की गल सुनी, जां तुसीं किसी ने सफर च बह के रब दीयां गल्लां कीतियां, जां तुसीं गुरु घर बैठे उत्थे कोशिश कीती भी इहने मैनूं रब दी गल सुनाई, मैं इहनूं सुनाई, इहनूं हुण मैं भुखा प्यासा नहीं जाण दिंदा, इहनूं भोजन छका। उहनूं कहंदे काल। महाराज लिखदे आ ना, काल खाए किछ हत्थों दे। महाराज ਇਹ ਆਖ ਰਹੇ ਨਾਨਕ ਰਾਹ ਪਛਾਣਿਆ ਸੀ। कहते राह वो पछाणिया जाना जिथे आप काल कमाई करेगा। दुनियावी कमाई का जिक्र नहीं गुरु साहब करते, कालका की संगत की गल। किसी यात्रा ते जा रहे हो, तुसी आप तुहाडा खाण नूं कुछ चित कीता, बाकी संगत नूं छकाता। एक ही है सेवा, संगत की सेवा, हथी सेवा ते संगत विच बह के रब नूं हाज़र जान के वचन सुनने।
ਵੀ ਜੋ ਰੱਬ ਦਾ ਪਿਆਰਾ ਸੁਣਾਉਂਦਾ ਉਹ ਰੱਬ ਦੀ ਰਸਨਾ ਹੈ। ਉਹ ਭਾਵੇਂ ਗੁਰਦੁਆਰਾ ਮੰਦਰ ਹੈ, ਮਸਜਿਦ ਹੈ, ਕੋਈ ਥਾਂ ਹੈ, ਖੁੱਲਾ ਗਰਾਊਂਡ ਹੈ, ਕੋਈ ਪਹਾੜ ਦੀ ਚੋਟੀ ਤੇ ਬਹਿ ਕੇ ਵੀ ਰੱਬ ਦੀ ਗੱਲ ਕਰਦਾ, ਦੋ ਬੰਦੇ ਬੈਠੇ, ਉਹ ਵੀ ਸੰਗਤ ਹੈ। ਹੁਣ ਭਾਈ ਲਾਲੋ ਕਿਹੜੀ ਸੰਗਤ ਕਰਦੇ ਆ ਜੀ? ਉਦੋਂ ਤੇ ਨਾ ਤੇ ਕਿਤੇ ਕਥਾ ਹੁੰਦੀ ਸੀ, ਨਾ ਕਿਤੇ ਕੀਰਤਨ ਹੁੰਦਾ ਸੀ, ਨਾ ਹੀ ਪ੍ਰਚਲਨ ਸੀ। ਗੁਰੂ ਸਾਹਿਬ ਉਸ ਵੇਲੇ ਗੱਲ ਕਰਦੇ ਨੇ ਜਦੋਂ ਅੱਜ ਆਪਾਂ ਸੋਚ ਲਾਂਗੇ ਵੱਡੇ ਵੱਡੇ ਗੁਰਦੁਆਰੇ ਬਣੇ, ਸੰਗਤਾਂ ਦੀ ਭੀੜ ਹੈ। ਇਹ ਸਤ ਸੰਗਤ ਹੈ, ਜਿੱਥੇ ਸਤ ਦੀ ਗੱਲ ਹੋਵੇ, ਜਿੱਥੇ ਰੱਬ ਦੀ ਗੱਲ ਹੋਵੇ, ਘਰ ਵੀ ਉਹ ਮੰਦਰ ਹੈ, ਗੁਰਦੁਆਰਾ ਹੈ, ਗੁਰਦੁਆਰਾ ਵੀ ਰੱਬ ਦਾ ਘਰ ਹੈ। ਉਹ ਹਰ ਥਾਂ ਹੀ ਪਵਿੱਤਰ ਹੈ। ਤੁਸੀਂ ਪਾਰਕ ਵਿੱਚ ਬਹਿ ਕੇ ਰੱਬ ਦੀ ਗੱਲ ਕਰੋ, ਉਹ ਵੀ ਸੰਗਤ ਹੈ। ਮਰਦ ਕਹਿੰਦੇ ਭਾਈ ਕਿ ਉਹ ਸੰਗਤ ਕਰਦਾ ਹੈ, ਉਹ ਪ੍ਰਤੱਖ ਹੈ। ਗੁਰੂ ਨਾਨਕ ਸਾਹਿਬ ਆਏ, ਭਾਈ ਮਰਦਾਨਾ ਜੀ ਆਏ, ਉਹਨੇ ਕੁਛ ਨਹੀਂ ਪੁੱਛਿਆ, ਕਹਿੰਦਾ ਬਾਬਾ ਜੀ ਮੈਂ ਪਹਿਲਾਂ ਪ੍ਰਸ਼ਾਦਾ ਲੈ ਆਵਾਂ। ਕੋ ਸਤਨਾਮ, ਪਤਾ ਨਹੀਂ ਕਿੱਥੋਂ ਲੈ ਕੇ ਆਉਣਗੇ, ਕਿਵੇਂ ਲੈ ਕੇ ਆਉਣਗੇ, ਘਰ ਰੋਟੀ ਨਹੀਂ ਪੱਕਦੀ, ਇਕੱਲੇ ਰਹਿੰਦੇ ਬੜੇ ਔਖੇ। ਪ੍ਰਸ਼ਾਦਾ, ਮਰਦ ਕਹਿੰਦੇ ਮਰਦਾਨਿਆਂ ਇਹ ਸਭ ਤੋਂ ਵੱਡੀ ਸੇਵਾ ਹੈ, ਸਭ ਤੋਂ ਵੱਡੀ ਭਗਤੀ ਹੈ। ਸੰਗਤ ਚੋਂ ਕੋਈ ਭੁੱਖਾ ਪਿਆਸਾ ਜਾਵੇ ਨਾ, ਸੰਗਤ ਦੀ ਸੇਵਾ ਨਿਰੰਕਾਰ ਦੀ ਸੇਵਾ ਹੁੰਦੀ ਹੈ। ਹਰ ਗੁਰ ਕੋ ਇਤਿਹਾਸ ਸੁਨੀਜੈ, ਮਨ ਇਕਾਗਰ ਲਾਵੇ। ਦੂਜੀ ਭਗਤੀ ਕਹਿੰਦੇ ਗੁਰੂ ਦਾ ਇਤਿਹਾਸ ਸੁਣਨਾ, ਇਤਿਹਾਸ ਦੀ ਕਥਾ ਸੁਣਨੀ ਜੋ ਗੁਰੂ ਸਾਹਿਬਾਂ ਨੇ ਕੀਤਾ, ਮਨ ਇਕਾਗਰ ਕਰਕੇ ਸੁਣਨਾ। ਕਹਿੰਦੇ ਭਗਤੀ ਚੋਂ ਇਹ ਵੱਡੀ ਦੂਜੀ ਭਗਤੀ ਆਖੋ ਸਤਨਾਮ। ਪਹਿਲੀ ਸੰਗਤ ਕਰਨੀ ਜੀ, ਦੂਜੀ ਕਥਾ ਸੁਣਨੀ, ਗੁਰਬਾਣੀ ਦੀ, ਇਤਿਹਾਸ ਦੀ, ਧਾਰਮਿਕ ਬਿਰਤੀਆਂ ਦੀ ਜਿਹੜੀ ਜੋੜਨ ਵਾਲੀ ਹੈ। ਸੋ ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ 'ਚ ਇਸ ਪਾਵਨ ਕਥਾ ਦਾ ਆਨੰਦ ਮਾਣਦੇ ਜਾਵਾਂਗੇ। ਵਾਹਿਗੁਰੂ।